ਉਹ ਸੱਪ ਨੂੰ ਮਾਰ ਦਿੰਦਾ, ਬੱਚੇ ਦੀ ਰੱਖਿਆ ਕਰਦਾ ਹੈ। ਤੇ ਇਹੋ ਜਿਹਾ ਸਾਨੂੰ ਤੇ ਕੁਝ ਮਿਲਿਆ ਹੀ ਨਹੀਂ। ਹੁਣ ਬੱਚਾ ਜਨਮ ਲੈਣ ਵਾਲਾ ਤੇ ਪੱਬਾਂ ਕਲੱਬਾਂ 'ਚ ਜਾ ਕੇ ਉੱਥੇ ਗੀਤ ਸੁਣੇ ਜਾ ਰਹੇ ਨੇ, ਹੋਰ ਕੁਝ। ਭੋਜਨ ਵੀ ਉਦੋਂ ਸਾਦਾ ਉਸ ਔਰਤ ਨੂੰ ਦਿੱਤਾ ਜਾਂਦਾ ਸੀ, ਸਾਦਾ ਜਿਹਾ ਬਿਲਕੁਲ ਭੋਜਨ। ਮਹਾਰਾਜ ਕਹਿੰਦੇ ਆ, ਜਿੱਤ ਖਾਧੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ। ਵੀ ਖਾਧਾ ਵੀ ਜਿਹੜਾ ਬੱਚੇ ਨੂੰ ਜਾ ਕੇ ਪ੍ਰਾਪਤ ਹੁੰਦਾ ਹੈ, ਵੀ ਮਾਂ ਦਾ ਖਾਧਾ ਕਿਤੇ ਬੱਚੇ 'ਚ ਵਿਗਾੜ ਨਾ ਪਾਏ। ਮਾਂ ਦੀ ਸੋਚਣੀ, ਉਹਦੇ ਵਿਚਾਰ ਬੱਚੇ ਤੇ ਅਸਰ ਕਰਦੇ ਆ। ਉਹ ਪੁਰਾਤਨ ਸਮੇਂ ਤਾਂ ਹੁਣ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਪ੍ਰਵਰਤਾਇਆ। ਅੰਮ੍ਰਿਤ ਤੇ ਮਾਇਆ ਦਾ ਵਰਤ ਗਿਆ ਨਾ, ਫਿਰ ਬੱਚਾ ਜਨਮ ਲੈ ਲੈਂਦਾ ਹੈ। ਪਹਿਲਾਂ ਤੋਂ ਉਹ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੇ ਕਿਹਾ ਸੀ, ਜਨਮ ਦੇਣ ਤੋਂ ਪਹਿਲਾਂ ਉਹ ਮਾਂ 2 ਸਾਲ 3 ਸਾਲ ਪਹਿਲਾਂ ਰੱਬ ਦੀ ਬੰਦਗੀ ਨਾਲ ਜੁੜੇ, ਫਿਰ ਬੱਚਾ ਭਗਤੀ ਵਾਲਾ ਬੰਦਗੀ ਵਾਲਾ ਪੈਦਾ ਹੋਏਗਾ। ਜਦੋਂ ਬੱਚਾ ਜਨਮ ਲੈ ਲੈਂਦਾ ਸੀ, ਫਿਰ ਮਾਂ ਦੇ ਵਿਚਾਰ, ਮਾਂ ਦੀ ਸੋਚ, ਮਾਂ ਦਾ ਖਾਣਾ ਪੀਣਾ ਭੁੱਲ ਕੇ ਬੱਚੇ ਦੇ ਮੂੰਹ 'ਚ ਪੈਂਦਾ, ਉਹ ਵੀ ਅਸਰ ਪਾਉਂਦਾ ਹੈ। ਮਾਂ ਦਾ ਖਾਧਾ ਪੀਤਾ ਦੁੱਧ ਰੂਪ 'ਚ ਬਣਦਾ ਹੈ। ਉਹ ਫਿਰ ਜਦੋਂ ਜਨਮ ਲੈ ਲੈਂਦਾ ਸੀ ਬੱਚਾ, ਗੁਰੂ ਘਰ ਦੇ ਅੰਦਰ ਹੁਣ ਸਾਹਿਬਜ਼ਾਦਿਆਂ ਦੇ ਜਨਮ ਹੋਏ। ਮਾਤਾ ਜੀਤਾ ਜੀ ਵੱਡਾ ਪੁੱਤਰ ਦਾ ਜਨਮ ਹੋਇਆ, ਤੇ ਮਾਤਾ ਗੁਜਰ ਕੌਰ ਨੇ ਸਿਰਫ ਸੇਵਾ 'ਚ ਉਹਨਾਂ ਨੂੰ ਲੱਭੀ, ਤੁਸੀਂ ਬਾਣੀ ਪੜ੍ਹਨੀ ਤੇ ਸੰਗਤ ਦੀ ਸਿਰਫ ਸੇਵਾ ਕਰਨੀ ਹੈ। ਇਹ ਤੇ ਮਾਤਾ ਜੀਤਾ ਨੇ, ਅਸੀਂ ਇਤਿਹਾਸ ਆਪ 10ਵੇਂ ਪਾਤਸ਼ਾਹ ਦਾ ਚੱਲ ਰਿਹਾ ਹੈ। ਸਾਹਿਬਜ਼ਾਦਾ ਜੀ ਜਨਮ ਲੈਣ ਵਾਲੇ ਨੇ, ਤੇ ਗੁਰੂ ਸਾਹਿਬ ਦੇ ਚਰਨਾਂ 'ਚ ਮਾਤਾ ਜੀਤਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀ ਮਾਂ ਬਣਨ ਦੀ ਇੱਛਾ ਹੈ। ਮਹਾਰਾਜ ਕਹਿੰਦੇ ਦਾਤਾ ਦਾਤੇ ਦੇ ਹੱਥ 'ਚ ਨੇ, ਵਾਹਿਗੁਰੂ ਕਿਰਪਾ ਕਰੇਗਾ। ਤੇ ਗੁਰੂ ਸਾਹਿਬ ਜੀ ਨੇ ਨਾਲ ਦੀ ਨਾਲ ਹੀ ਬਚਨ ਕਹੇ ਵੀ ਐਂ ਕਰੋ, ਤੁਸੀਂ ਨਾ ਸੰਗਤ ਦੇ ਜੂੜੇ ਝਾੜਿਆ ਕਰੋ, ਸੰਗਤ ਦੇ ਜੂਠੇ ਬਰਤਨ ਸਾਫ਼ ਕਰਿਆ ਕਰੋ। ਮਾਤਾ ਜੀਤਾ ਨੂੰ 10ਵੇਂ ਪਾਤਸ਼ਾਹ ਨੇ ਕਿਹਾ। ਕਾਰਨ ਇਹ ਸੀ, ਅਜੀਤ ਸਿੰਘ ਐਵੇਂ ਨਹੀਂ ਸੀ ਪੈਦਾ ਹੋਇਆ, ਬੰਦਗੀ 'ਚੋਂ ਪੈਦਾ ਹੋਏ ਸਨ। ਤੇ ਉਹ ਜੋੜੇ ਝਾੜਦੇ ਸਿਰਫ ਮਾਤਾ ਗੁਜਰ ਕੌਰ ਨੇ ਆਪਣੀ ਨੌਂ ਨੂੰ ਕਿਹਾ ਸੀ, ਸਿਰਫ ਤੁਸੀਂ ਬਾਣੀ ਪੜ੍ਹਨੀ ਹੈ ਤੇ ਸੰਗਤਾਂ ਦੀ ਸੇਵਾ ਕਰਨੀ, ਹੋਰ ਤੁਸੀਂ ਕੋਈ ਕਾਰਜ ਨਹੀਂ ਕਰਨਾ ਹੈ। ਤੇ ਫਿਰ ਪੁੱਤਰ ਵੀ ਜੁਝਾਰ ਸਿੰਘ, ਜੋਰਾਵਰ ਸਿੰਘ ਤੇ ਫਤਿਹ ਸਿੰਘ ਪੈਦਾ ਹੋਏ। ਮਾਤਾ ਸੁੰਦਰ ਕੌਰ ਦੇ ਪੁੱਤਰ ਬਾਬਾ ਜੀਤ ਸਿੰਘ ਜੀ ਸਨ। ਭਾਵ ਕਿ ਪੁੱਤਰ ਬੰਦਗੀ ਵਾਲੇ ਤਾਂ, ਜੇ ਬੰਦਗੀ ਸਾਡੇ ਅੰਦਰ ਹੈ ਤਾਂ। ਜਨਮ ਤੋਂ ਪਹਿਲਾਂ ਬੱਚੇ ਤੇ ਮਾਂ ਦੇ ਵਿਚਾਰ ਅਸਰ ਕਰਦੇ ਆ। ਮਾਂ ਦਾ ਖਾਣਾ ਪੀਣਾ ਜਨਮ ਲੈਣ ਤੋਂ ਬਾਅਦ ਵੀ, ਜਿੰਨਾ ਚਿਰ ਬੱਚਾ ਮਾਂ ਦੇ ਉਹ ਖੀਰ ਸਮਾਨ ਬਾਰਕ ਜਬ ਹੋਤਾ ਬਿਨ ਖੀਰੇ ਰਹਿ ਨਾ ਜਾਈ। ਮਹਾਰਾਜ ਕਹਿੰਦੇ ਦੁੱਧ ਤੋਂ ਬਗੈਰ ਬੱਚਾ ਨੇ, ਉਹ ਦੁੱਧ 'ਚ ਮਾਂ ਦੀ ਸੋਚ ਘੁਲ ਕੇ ਜਾਂਦੀ ਬੱਚੇ ਦੇ ਅੰਦਰ, ਉਹਦੇ ਵਿਚਾਰ ਜਾਂਦੇ, ਉਹਦੀ ਸੋਚਣੀ ਜਾਂਦੀ, ਉਹ ਕਰਦੀ ਕੀ ਹੈ, ਉਹ ਸਾਰਾ ਬੱਚੇ ਤੇ ਡਿਪੈਂਡ ਰੱਖਦਾ ਹੈ। ਹੁਣ ਤੇ ਡਾਕਟਰਾਂ ਨੇ ਵੀ ਕਿਹਾ, ਕਹਿੰਦੇ ਮਾਂ ਨੇ ਬੱਚੇ ਨੂੰ ਦੁੱਧ ਦੇਣਾ, ਬਿਲਕੁਲ ਕੋਈ ਕੰਮ ਨਾ ਕਰਦੀ ਹੋਵੇ, ਬਿਲਕੁਲ ਉਹ ਸ਼ਾਂਤ ਬੈਠ ਕੇ ਦੇਵੇ। ਹੁਣ ਤੇ ਡਾਕਟਰ ਵੀ ਇਹ ਗੱਲ ਕਹਿੰਦੇ ਆ। ਉਹ ਅਸਰ ਪੈਂਦਾ ਹੈ। ਕਈ ਵਾਰੀ ਹੁਣ ਮਾਂ ਨੇ ਬੱਚੇ ਨੂੰ ਪਾਇਆ, ਉਹ ਕੰਮ ਕਰਦੀ ਜਾਂ ਹੋਰ ਜਾਂ ਸੋਚਣੀ ਹੈ, ਕਿਸੇ ਨਾਲ ਲੜਦੀ ਹੋਈ ਵੀ ਆਪਣੇ ਬੱਚੇ ਨੂੰ ਦੁੱਧ, ਉਹ ਬੱਚੇ ਤੇ ਬੜਾ ਅਸਰ ਕਰਦਾ ਹੈ। ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਹੁਣ ਜੁੜੇਗਾ ਬੰਦਾ ਕਿਵੇਂ, ਵਿਖਿੜ ਸਿਓ ਤੇ ਰਚੇਗਾ, ਵਿਸ਼ੇ ਵਿਕਾਰਾਂ 'ਚ ਜੋ ਪੈਦਾ ਹੋਇਆ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਪ੍ਰਵਰਤਾਇਆ। ਉਹ ਮਾਂ ਪਿਓ ਮਾਇਆ ਦੇ ਪ੍ਰਭਾਵ ਵਿੱਚ ਹੀ ਸਨ, ਭਗਤ ਹੁਣ ਕਿਵੇਂ ਪੈਦਾ ਹੋਏਗਾ। ਮਸਕੀਰ ਸਾਹਿਬ ਜੀ ਨੂੰ ਕਿਸੇ ਨੇ ਪੁੱਛਿਆ, ਜੀ ਪੁਰਾਤਨ ਸਿੱਖਾਂ ਸੂਰਮਿਆਂ ਯੋਧਿਆਂ ਸ਼ਹੀਦਾਂ ਦੀ ਗੱਲ ਕਰਦੇ ਹੋ, ਅੱਜ ਕੋਈ ਉਹੋ ਜਿਹੇ ਕਿਉਂ ਨੇ? ਉਹਨਾਂ ਦਾ ਕੋਈ ਜਵਾਬ ਸੀ, ਕਹਿੰਦੇ ਜੀ ਉਹ ਸੰਤਾਂ ਨੂੰ, ਸੂਰਮਿਆਂ ਨੂੰ, ਭਗਤਾਂ ਨੂੰ, ਸ਼ਹੀਦਾਂ ਨੂੰ ਜਨਮ ਦੇਣ ਵਾਲੀ ਅੱਜ ਮਾਂ ਹੀ ਨਹੀਂ ਰਹੀ ਸੰਸਾਰ ਦੇ ਉੱਪਰ। ਜਦੋਂ ਮਾਂ ਬਣ ਜਾਏਗੀ ਨਾ ਉਹ ਇਹੋ ਜਿਹੀ ਤਿਆਗੀ, ਤੇ ਫਿਰ ਵਿਰਾਗੀ ਪੁੱਤਰ ਵੀ ਉਹਨਾਂ ਦੇ ਅੰਦਰ ਪੈਦਾ ਹੋਣਗੇ, ਉਹਨਾਂ ਦੇ ਘਰੇ ਪੈਦਾ ਹੋਣਗੇ। ਮਹਾਰਾਜ ਨੂੰ ਫਿਰ ਕਹਿਣਾ ਪਿਆ, ਵਿਖੇਣ ਸਿਉ ਕਾਹੇ ਰਚਿਓ, ਵਿਸ਼ੇ ਵਿਕਾਰਾਂ 'ਚ ਬੰਦਿਆ ਕਿਉਂ ਰਚ ਗਿਓ। ਰਸ ਭੋਗੈ ਖੁਸ਼ੀਆਂ ਕਰੇ, ਬੰਦਾ ਇਹਦੇ 'ਚ ਹੀ ਲੱਗਾ, ਹੋਰ ਕੀ ਕਰ ਰਿਹਾ। 4 ਰੁਪਈਏ ਇਕੱਠੇ ਕਰ ਲਿਓ, ਹੁਣ ਕਹਿੰਦੇ ਆਨੰਦ ਮਾਣੋ, 4 ਰੁਪਈਏ ਜਿਹੜੇ ਨੇ ਉਹ ਹੁਣ ਖਾਓ ਪੀਓ। ਭੋਗੈ ਮਾਣੇ ਰੰਗ ਅਪਾਰ, ਬਹੁਤ ਕਰੇ ਫਰਮਾਇਸ਼ੀ। ਫਿਰ ਬੰਦੇ ਕੋਲ ਪਦਵੀ ਆ ਗਈ, 4 ਰੁਪਈਏ ਫਿਰ ਫਰਮਾਇਸ਼ ਕਰਦਾ ਹੈ, ਭਾਵ ਕਿ ਹੁਕਮ ਚਲਾਉਂਦਾ ਹੈ। ਵਰਤੇ ਹੋਏ ਫਾਰ, ਆਫਰਿਆ ਹੋਇਆ ਧਨ ਦੇ ਨਾਲ ਬੰਦਾ ਵਰਤਾਓ ਕਰਦਾ ਸੰਸਾਰ ਦੇ ਅੰਦਰ, ਆਫਰਿਆ ਹੋਇਆ। ਇੱਕ ਨਾ ਸਾਧੂ ਸੀ, ਕਿਸੇ ਪਿੰਡ 'ਚ ਰਹਿੰਦਾ, ਉਹ ਨਾ ਇੱਕ ਘਰੇ ਜਾਂਦਾ ਸੀ, ਜੋ ਮਿਲ ਜਾਂਦਾ ਸੀ ਉਹ ਛਕਦਾ ਸੀ, ਦੂਸਰੇ ਘਰੇ ਨਹੀਂ ਸੀ ਜਾਂਦਾ। ਉਹ ਪਿੰਡ 'ਚ ਇੱਕ ਉਹਨੇ ਮੰਦਿਰ ਸੀ, ਮੰਦਿਰ ਦੇ ਬਾਹਰ ਰਹਿੰਦਾ ਸੀ, ਉੱਥੇ ਸੇਵਾ ਕਰਦਾ ਸੀ। ਉਹਨੇ ਇੱਕ ਘਰ 'ਚ ਜਾਣਾ, ਇੱਕ ਘਰ 'ਚੋਂ ਸਾਧੂ ਪ੍ਰਸ਼ਾਦਾ ਮੰਗਣ ਗਿਆ, ਤੇ ਉਹ ਪਤੀ ਪਤਨੀ ਲੜ ਰਹੇ ਸਨ ਆਪਸ ਵਿੱਚ। ਉਹ ਪਤਨੀ ਪੋਚਾ ਫੇਰ ਰਹੀ ਸੀ, ਜਿਹਦੇ ਪੋਚਾ ਤੇ ਉਹ ਲੜ ਰਹੇ,
ਸਾਧੂ ਨੂੰ ਵਿਚਾਰੇ ਨੂੰ ਪਤਾ ਨਹੀਂ, ਉਹਨੇ ਆਵਾਜ਼ ਮਾਰੀ, ਕਹਿਣ ਲੱਗਾ ਭਾਈ ਵੀ ਦਿਓ ਪ੍ਰਸ਼ਾਦਾ। ਹੁਣ ਜਾਣਦੇ ਦਿਓ ਵੀ ਸਨ ਵੀ ਇਹ ਉੱਥੇ ਸੇਵਾ ਕਰਦਾ ਵੀ ਬੰਦਗੀ ਵਾਲਾ, ਵੀ ਸਿਮਰਨ ਵਾਲਾ। ਉਹ ਗੁੱਸੇ 'ਚ ਪਤਨੀ ਕੀ ਕਹਿੰਦੀ, ਉਹ ਕਹਿੰਦੀ ਵੀ ਲੜ ਤੇ ਰਹੇ ਸਨ ਦੋਵੇਂ ਜੀ। ਕਹਿੰਦੀ ਹੁਣ ਤੈਨੂੰ ਦੱਸ ਕੀ ਪਕਾ ਕੇ ਕਿਤੋਂ ਪ੍ਰਸ਼ਾਦੇ। ਉਹਦੇ ਹੱਥ 'ਚ ਪੋਚਾ ਸੀ, ਉੱਠਣ ਲੱਗੇ ਉਹਨੇ ਪੋਚਾ ਹੀ ਦੇ ਦਿੱਤਾ। ਕਹਿੰਦੀ ਲੈ ਆ ਲੈ ਜਾ ਜੇ ਤੂੰ। ਉਹ ਵੀ ਲੈ ਗਿਆ। ਉਹ ਕਹਿੰਦਾ ਉਹਨੇ ਧੰਨਵਾਦ ਵੀ ਕੀਤਾ, ਕਹਿੰਦਾ ਸ਼ੁਕਰ ਹੈ ਚਲੋ ਕੁਝ ਤੇ ਦਿੱਤਾ ਨਾ, ਖਾਲੀ ਨਹੀਂ ਮੋੜਿਆ। ਹੁਣ ਉਹਨੇ ਕੀ ਕੀਤਾ, ਉਹ ਜਿਹੜਾ ਸਾਧੂ ਸੀ ਉਹ ਗਿਆ ਢਾਬ ਦੇ ਉੱਪਰ, ਉਹਨੇ ਮਲ ਮਲ ਕੇ ਉਸ ਪੋਚੇ ਨੂੰ ਧੋਤਾ। ਉਹ ਪੋਚੇ ਨੂੰ ਧੋ ਕੇ ਕੱਪੜਾ ਸੁਕਾ ਲਿਆ ਉਹਨੇ, ਸੂਤੀ ਕੱਪੜਾ ਸੀ। ਉਹਨੂੰ ਹੁਣ ਚਾਹੀਦਾ ਸੀ ਵੀ ਜਿਹੜਾ ਉਹ ਨਾ ਜੋਤ ਜਗਾਉਂਦਾ ਸੀ ਮੰਦਿਰ 'ਚ, ਉਹਨੂੰ ਵੱਟੀ ਚਾਹੀਦੀ ਸੀ। ਉਹਨੇ ਉਸ ਪੋਚੇ ਦਾ ਕੱਪੜਾ ਉਹਨੂੰ ਮਲ ਮਲ ਕੇ ਧੋਤਾ, ਸੁਕਾਇਆ ਤੇ ਉਹਦੀਆਂ ਵੱਟੀਆਂ ਬਣਾ ਦਿੱਤੀਆਂ। ਉਹ ਮੰਦਿਰ 'ਚ ਸਭ ਤੋਂ ਪਹਿਲਾਂ ਦੀਵਾ ਜਗਾਉਂਦਾ ਸੀ, ਤੇ ਜਿਹੜੇ ਆਂਢ ਗੁਆਂਢ ਦੇ ਘਰ ਸਨ ਨਾ, ਉਹ ਉਸ ਦੀਵੇ ਤੋਂ ਆਪਣੇ ਦੀਵੇ ਜਗਾ ਕੇ ਲਿਜਾਂਦੇ ਸਨ। ਉਹਨੇ ਦੂਸਰੀਆਂ ਵੱਟੀਆਂ ਕੋਲ ਰੱਖ ਦਿੱਤੀਆਂ। ਉਹ ਜਿਹੜੇ ਘਰਾਂ ਵਾਲੇ ਆਏ ਉਹਨਾਂ ਨੇ ਵੀ ਉਹ ਵੱਟੀਆਂ ਪਕੜੀਆਂ, ਦੀਵੇ 'ਚ ਪਾਈਆਂ, ਉਹ ਜਗਾ ਕੇ ਲੈ ਗਏ। ਤੇ ਉਹ ਜਦੋਂ ਨਾ ਉਹ ਸ਼ਾਮ ਹੋਈ ਤੇ ਉਹ ਜਿਹਨੇ ਪੋਚਾ ਦਿੱਤਾ ਸੀ ਉਹਦੇ ਮਨ 'ਚ ਵਿਚਾਰ ਆਈ ਵੀ ਸਵੇਰੇ ਅਸੀਂ ਲੜ ਰਹੇ ਸਾਂ ਤੇ ਉਸ ਸਾਧੂ ਵਿਚਾਰਾ ਉਹ ਆਇਆ ਤੇ ਉਹਨੂੰ ਅਸੀਂ ਪੋਚਾ ਹੀ ਦੇਵਾਂ, ਮਾਫੀ ਮੰਗ ਕੇ ਆਵਾਂ ਵੀ ਉਹ ਮੇਰੇ ਤੋਂ ਬੜੀ ਗੁਨਾਹ ਹੋ ਗਿਆ, ਵੀ ਉਹਦੇ ਕੀ ਸੋਚਿਆ ਹੋਏਗਾ ਉਹਨੇ। ਉਹ ਸ਼ਾਮ ਨੂੰ ਆਈ, ਸਾਧੂ ਜੀ ਆਪਣੇ ਮੰਦਿਰ 'ਚੋਂ ਬਾਹਰ ਨਿਕਲ ਰਹੇ, ਕਹਿੰਦੇ ਜੀ ਮਾਫ ਕਰਿਓ ਵੀ ਸਵੇਰੇ ਤੁਸੀਂ ਸਾਡੇ ਘਰੇ, ਅਸਲ ਦੇ ਵਿੱਚ ਅਸੀਂ ਦੋਵੇਂ ਜੀ ਲੜ ਰਹੇ ਸਾਂ, ਮੈਂ ਤੁਹਾਨੂੰ ਪ੍ਰਸ਼ਾਦੇ ਦੇਣ ਦੀ ਬਜਾਏ ਤੁਹਾਨੂੰ ਉਹ ਸਾਫ਼ ਕਰਨ ਵਾਲਾ ਪੋਚਾ ਦੇ ਦਿੱਤਾ। ਉਹ ਸਾਧੂ ਹੱਸ ਪਏ, ਕਹਿੰਦੇ ਜੀ ਉਹ ਸਾਡੇ ਬਹੁਤ ਕੰਮ ਆਇਆ। ਕਹਿੰਦੇ ਜੀ ਕੰਮ ਕੀ, ਮੈਨੂੰ ਤੇ ਸਵੇਰ ਦਾ। ਕਹਿਣ ਲੱਗੇ ਨਹੀਂ ਜੀ ਉਹ ਅਸੀਂ ਸਾਫ਼ ਕਰ ਲਿਆ, ਢਾਬ ਤੇ ਗਏ ਸਾਂ ਇਸ਼ਨਾਨ ਪਾਣੀ ਦੁਪਹਿਰੇ ਕਰਨ, ਉਹ ਅਸੀਂ ਸਾਫ਼ ਕੀਤਾ, ਸੁਕਾਇਆ। ਤੇ ਜਦੋਂ ਅਸੀਂ ਉਸ ਤੁਹਾਡੇ ਪੋਚੇ ਨੂੰ ਸਾਫ਼ ਕਰ ਰਹੇ ਸਾਂ ਨਾ, ਅਸੀਂ ਇੱਕ ਤੁਹਾਡੇ ਵਾਸਤੇ ਅਰਦਾਸ ਕੀਤੀ ਸੀ, ਜਿਵੇਂ ਪੋਚੇ 'ਚੋਂ ਮੈਲ ਅਸੀਂ ਕੱਢ ਦਿੱਤੀ, ਕਿਤੇ ਉਹਨਾਂ ਦੇ ਅੰਦਰਾਂ 'ਚੋਂ ਵੀ ਮੈਲ ਕੱਢ ਦਿਓ, ਜਿਹੜੇ ਲੜਦੇ ਸਨ ਉਹਨਾਂ ਨੂੰ ਵੀ ਸਾਫ਼ ਕਰ ਦਿਓ ਪ੍ਰਮਾਤਮਾ ਜੀ। ਇਹਦਾ ਮਤਲਬ ਤੁਹਾਡੀ ਮੈਲ ਨੱਥ ਗਈ, ਜਿਹੜੇ ਤੁਸੀਂ ਆਏ ਹੋ, ਸਵੇਰ ਦੇ ਕਿਉਂ ਨਹੀਂ ਆਏ। ਉਹ ਹੱਸ ਕੇ ਸਾਧੂ ਕਹਿੰਦੇ ਜੀ ਤੁਹਾਡੇ ਪੋਚੇ ਨਾਲ ਸਾਰੇ ਮੰਦਿਰ 'ਚ ਵੀ ਰੋਸ਼ਨੀ ਤੁਹਾਡੇ ਪੋਚੇ ਦੀ, ਅੱਜ ਉਹ ਵੱਟੀ ਬਣਾਈ ਸੀ ਨਾ, ਦੀਵੇ 'ਚ ਪਾਈ ਹੋਈ ਸੀ। ਤੇ ਕਹਿੰਦਾ ਜਿਹੜੇ ਘਰਾਂ 'ਚ ਦੀਵੇ ਜਗ ਰਹੇ ਨੇ ਵੀ ਤੁਹਾਡੇ ਪੋਚੇ ਕਰਕੇ ਜਗ ਰਹੇ ਆ। ਕਹਿਣ ਦਾ ਭਾਵ ਹੈ ਇਸੇ ਤਰ੍ਹਾਂ ਸਾਨੂੰ ਅੰਦਰ ਨੂੰ ਵੇਖਿਆ ਸਿਓ ਕਾਹੇ ਰਚਿਓ, ਬੰਦਿਆਂ ਵਿਸ਼ੇ ਵਿਕਾਰਾਂ 'ਚ ਕੋਈ ਪਿਆ ਹੈ, ਨਿਮਖ ਨਾ ਹੋਏ ਉਦਾਸ। ਤੇ ਮਹਾਰਾਜ ਇੱਥੇ ਵੀ ਕਹਿੰਦੇ ਆ ਨਾ ਵੀ ਤੂੰ ਆਫਰਿਆ ਹੈ ਧਨ ਕਰਕੇ, ਤੂੰ ਮਾਣ ਕਰਕੇ, ਜਾਂ ਤੇਰੇ ਅੰਦਰ ਹੰਕਾਰ ਹੋਵੇ ਮੈਂ ਮੇਰੀ ਹੈ। ਕਹਿੰਦੇ ਅੰਦਰ ਨੂੰ ਸਾਫ਼ ਕਰਨ ਦੀ ਜ਼ਰੂਰਤ ਹੈ। ਵਿਖਿਆਣ ਸਿਉ ਕਾਹੇ ਰਚਿਓ, ਬੰਦਿਆ ਕਿਉਂ ਐਵੇਂ ਵਿਸ਼ੇ ਵਿਕਾਰਾਂ 'ਚ ਪਿਆ ਹੈ। ਇਹ ਜੀਵਨ ਤੈਨੂੰ ਵਾਰ-ਵਾਰ ਮਿਲਣ ਵਾਲਾ ਨਹੀਂ ਹੈ। ਇਹ ਜੋ ਤੂੰ ਕਰ ਰਿਹਾ ਨਾ, ਜੀਵਨ ਇਸ ਵਾਸਤੇ ਨਹੀਂ ਤੈਨੂੰ ਮਿਲਿਆ। ਜੋ ਕਰ ਰਿਹਾ ਜੀਵਨ ਇਸ ਵਾਸਤੇ ਨਹੀਂ ਮਿਲਿਆ ਹੈ। ਕਰਤਾ ਚੇਤਨਾ ਆਵਈ ਮਨਮੁਖ ਅੰਧ ਗੁਬਾਰ। ਅਗਿਆਨਤਾ ਦੇ ਹਨੇਰੇ 'ਚ ਕਰਤਾ ਮਨੁੱਖ ਨੂੰ ਚੇਤੇ ਨਹੀਂ ਆਉਂਦਾ, ਕਿਉਂਕਿ ਵਿਸ਼ੇ ਵਿਕਾਰਾਂ 'ਚ ਪਿਆ ਹੋਇਆ। ਮਰਦ ਕਹਿੰਦੇ ਤੂੰ ਨਿਮਕ, ਹੁਣ ਵੇਖੋ ਦਿਨ ਰਾਤ ਹੈ, 4 ਪਹਿਰ ਦਿਨ 4 ਪਹਿਰ ਰਾਤ ਹੈ, ਕਿੰਨੇ ਕੁ ਬੰਦੇ ਜਪਦੇ ਆ ਜੀ, ਧਰਮ ਕਮਾਉਂਦੇ ਜਾਂ ਗੁਰਦੁਆਰੇ ਆਉਂਦੇ, ਆਪਾਂ ਮੰਨ ਲਈਏ। ਇਹਦਾ ਮਤਲਬ ਵੀ ਉਹਨਾਂ ਦਾ ਉਸ ਪਾਸਿਓਂ ਟਾਈਮ ਹੀ ਨਹੀਂ ਹੈ। ਰਹਾਉ ਵਾਲੀ ਪੰਕਤੀ 'ਚ ਮਹਾਰਾਜ ਜਿਹੜਾ ਸ਼ਬਦ ਦਾਸ ਪੜ੍ਹ ਰਿਹਾ, ਮੇਰੇ ਮਨ ਸੁਖ ਦਾਤਾ ਹਰ ਸੋਏ, ਗੁਰ ਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ। ਰੱਬ ਨੂੰ ਜਪਿਆ ਨਾ ਕਰਮਾਂ ਨਾਲ ਜਪਦਾ ਹੈ। ਰੱਬ ਨੂੰ ਜਿਹੜੇ ਜਪਦੇ ਨੇ ਉਹਨਾਂ ਦੇ ਕੋਈ ਕਰਮ ਚੰਗੇ ਹੈ। ਤੇ ਮਹਾਰਾਜ ਅਗਲੇ ਬਚਨ ਕਹਿੰਦੇ, ਕੱਪੜ ਭੋਗ ਲਪਟਾਇਆ ਸੋਨਾ ਰੂਪਾ ਖਾਕ। ਕੱਪੜ ਭੋਗ, ਸਰੀਰ ਤੇ ਕੱਪੜੇ ਚੰਗੇ ਪਾਉਣੇ ਹੈ, ਭੋਗ ਚੰਗੇ ਭੋਗਣੇ ਹੈ, ਸੋਨਾ ਗਹਿਣੇ ਪਾਉਣੇ ਸਰੀਰ ਤੇ, ਰੂਪਾ ਚਾਂਦੀ ਨੂੰ ਕਹਿੰਦੇ, ਖਾਕ ਮਹਾਰਾਜ ਫਿਰ ਖਾਕ ਵੀ ਕਹਿ ਦਿੱਤਾ, ਕਹਿੰਦੇ ਸਭ ਕੁਝ ਖਤਮ ਹੋਣ ਵਾਲਾ। ਨਾ ਤੇਰੇ ਨਾਲ ਕੱਪੜੇ ਜਾਣੇ, ਨਾ ਸਰੀਰ ਜਾਣਾ, ਨਾ ਸੋਨਾ ਜਾਣਾ, ਨਾ ਚਾਂਦੀ ਜਾਣੀ, ਨਾ ਜ਼ਮੀਨ, ਨਾ ਘਰ। ਜਿੰਨਾ 'ਚ ਤੂੰ ਖਚਤ ਹੋਇਆ ਨਾ, ਇਹ ਤੇਰੇ ਨਾਲ ਨਿਭਣ ਵਾਲੇ ਨਹੀਂ ਹੈ। ਜੋ ਤੂੰ ਕਰ ਰਿਹਾ ਕਰਨ ਵਾਸਤੇ ਨਹੀਂ ਸੀ ਆਇਆ ਹੈ। ਬਰ ਗੈਬਰ ਬਹੁ ਰੰਗ ਕੀਏ, ਹਾਥੀ ਘੋੜਿਆਂ ਤੇ ਤੂੰ ਬਹੁਤ ਸਵਾਰੀ ਕੀਤੀ। ਰੰਗ ਕੀਏ ਰੱਥ ਅਥਾਕ, ਤੂੰ ਰੱਥਾਂ ਤੇ ਚੜਿਆ, ਫਰਮਾਇਸ਼ਾਂ ਕਰਦਾ ਰਿਹਾ, ਹੁਕਮ ਚਲਾਉਂਦਾ ਰਿਹਾ। ਕਿਸ ਹੀ ਚੇਤਨਾ ਪਾਵੇ ਬਿਸਰਿਆ ਸਭ ਸਾਗ। ਕਹਿੰਦੇ ਹੰਕਾਰ ਤੇਰੇ ਅੰਦਰ ਹੋ ਗਿਆ, ਸਾਕਾਂ ਨੂੰ ਰਿਸ਼ਤੇਦਾਰਾਂ ਨੂੰ ਵੀ ਤੂੰ ਭੁੱਲ ਗਿਆ। ਕਈ ਵਾਰੀ ਬੰਦਾ ਭੁੱਲ ਜਾਂਦਾ ਨਾ, ਅਮੀਰ ਹੋ ਗਿਆ, ਕਹਿੰਦਾ ਹੁਣ ਕਾਹਦੀ ਰਿਸ਼ਤੇਦਾਰੀ ਕਿਸੇ ਨਾਲ। ਉਹ ਕੋਈ ਬੰਦੇ ਨੂੰ ਨਾ ਬੜੀ ਵੱਡੀ ਪਦਵੀ ਮਿਲੀ, ਮੰਨ ਲਓ ਜਿਵੇਂ ਹੁਣ ਕੁਰਸੀ ਮਿਲੀ ਹੈ, ਉਹਨੇ ਨਾ ਇੱਕ ਜਿਵੇਂ ਹੁਣ ਮੰਨ ਲਓ ਇਲੈਕਸ਼ਨ ਅਜੇ ਉਹ ਦੂਸਰਾ
ਵੀ ਅਜੇ ਰਿਜ਼ਲਟ ਆਉਣ ਵਾਲਾ ਹੈ, ਪਤਾ ਨਹੀਂ ਵਾਹਿਗੁਰੂ ਨੇ ਕਿਹਨੂੰ ਪਦਵੀ ਬਖਸ਼ ਕੇ ਨਵਾਜਣਾ ਹੈ, ਉਹ ਤੇ ਉਹਦੀ ਬਖਸ਼ਿਸ਼ ਜਿਹਨੂੰ ਮਿਲੇਗੀ। ਉਹ ਜਿਹਨੂੰ ਪਦਵੀ ਮਿਲਣ ਵਾਲੀ ਸੀ ਉਹਨੇ ਪਾਰਟੀ ਰੱਖੀ, ਪਾਰਟੀ ਆਏ ਸਾਰੇ ਲੋਕ, ਤੇ ਉਸ ਇਨਸਾਨ ਦੀ ਭੂਆ ਜੀ ਨਾ ਆ ਸਕੇ, ਕਿਤੇ ਕੋਈ ਕੰਮ ਹੋਏਗਾ, ਉਹ ਲੇਟ ਹੋ ਗਏ ਤੇ ਉਹ ਰਿਜ਼ਲਟ ਨਿਕਲਿਆ ਜੀ, ਪਦਵੀ ਮਿਲ ਗਈ। ਤੇ ਉਹ ਕਹਿੰਦੀ ਚਲੋ ਆਪਣੇ ਭਤੀਜੇ ਨੂੰ ਦਫ਼ਤਰ 'ਚ ਜਾ ਕੇ ਮਿਲਦੀ ਹੈ, ਵੀ ਉੱਥੇ ਜਾ ਕੇ ਵੀ ਚਲੋ ਉਹਨੂੰ ਆਸ਼ੀਰਵਾਦ ਦੇਣੀ, ਉਹਨੇ ਸੱਦਿਆ ਸੀ, ਜਾਇਆ ਨਹੀਂ ਗਿਆ। ਜਦੋਂ ਦਫ਼ਤਰ 'ਚ ਗਈ ਨਾ ਤੇ ਭਤੀਜਾ ਹੁਣ ਕੁਰਸੀ ਤੇ ਬੈਠ ਗਿਆ। ਜਦੋਂ ਕੁਰਸੀ ਤੇ ਬੈਠ ਗਿਆ, ਭੂਆ ਜੀ ਨੇ ਆਪਣੇ ਹਿਸਾਬ ਨਾਲ ਉਹ ਕਹਿੰਦੇ ਭੂਆ ਜੀ ਘਰੇ ਆਉਣਾ ਸੀ, ਇੱਥੇ ਤੁਹਾਡਾ ਕੋਈ ਆਉਣ ਦਾ ਸਮਾਂ ਨਹੀਂ। ਕਹਿੰਦੀ ਨਾ ਬੇਟਾ, ਵੀ ਤੂੰ ਸੱਦਿਆ ਸੀ ਉਹ ਬਾਅਦ, ਕਹਿੰਦੇ ਸੱਦਿਆ ਮੈਂ ਪਹਿਲਾਂ ਸੀ, ਹੁਣ ਤੇ ਕੁਰਸੀ ਤੇ ਬੈਠ ਗਿਆ, ਹੁਣ ਕਾਹਦੀ ਰਿਸ਼ਤੇਦਾਰ, ਹੁਣ ਕੋਈ ਕੰਮ ਹੈ ਤੇ ਦੱਸੋ, ਹੁਣ ਜੇ ਕੋਈ ਕੰਮ ਹੈ ਤੇ ਤੁਹਾਨੂੰ ਦੱਸੋ, ਔਰ ਕੰਮ ਵੀ ਹੁਣ ਜੇਬ ਚੋਂ ਕੁਝ ਕੱਢੋਗੇ ਤੇ ਹੋਣਾ। ਕਹਿਣ ਦਾ ਭਾਵ ਮਹਾਰਾਜ ਕਹਿੰਦੇ ਫਰਮਾਇਸ਼ਾਂ ਬਹੁਤ ਕਰਦਾ, ਸਾਕ ਵੀ ਤੂੰ ਰਿਸ਼ਤੇਦਾਰ ਵੀ ਭੁੱਲ ਗਿਓ, ਐਸਾ ਕੁਝ ਨਹੀਂ ਬੰਦਾ ਕਰਦਾ। ਮਨ ਹਾਥੀ ਦੀ ਤਰ੍ਹਾਂ ਹੰਕਾਰਿਆ ਜਾਂਦਾ ਹੈ। ਦਾਸ ਨੇ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ, ਫਿਰ ਨੀਵੇਂ ਦਰਵਾਜ਼ੇ ਚੋਂ ਨਹੀਂ ਜੇ ਲੰਘਦਾ, ਹਾਥੀ ਨਾ ਨਿੱਕਿਆਂ ਦਰਵਾਜ਼ਿਆਂ ਵਿੱਚ ਵੀ ਨਹੀਂ ਪਾਰ ਹੁੰਦਾ, ਹੰਕਾਰੀ ਮਨੁੱਖ ਗਰੀਬਾਂ ਦੇ ਦਰਵਾਜ਼ਿਆਂ ਵਿੱਚ ਦੀ ਕਿੱਥੇ ਲੰਘਦਾ ਵੀ, ਕਦੇ ਵੀ ਨਹੀਂ ਲੰਘੇਗਾ। ਮਹਾਰਾਜ ਕਹਿੰਦੇ ਐ ਸਿਰਜਣਹਾਰ ਭੁਲਾਇਆ, ਜਿਹਨੇ ਤੈਨੂੰ ਸਿਰਜਿਆ ਸੀ ਤੂੰ ਉਹਨੂੰ ਹੀ ਭੁੱਲ ਗਿਓ। ਬੰਦਾ ਉਦੋਂ ਖਤਮ ਹੋ ਜਾਂਦਾ ਜਿਹਨੇ ਪੈਦਾ ਕੀਤਾ ਉਹਨੂੰ ਭੁੱਲ ਜੇ। ਇਹਦੇ ਦੋ ਅਰਥ ਨੇ, ਜਾਂ ਤੇ ਮਾਂ ਪਿਓ ਦੀ ਬੰਦਾ ਰਿਸਪੈਕਟ ਨਾ ਕਰੇ, ਮਾਂ ਪਿਓ ਤੋਂ ਹੀ ਬੇਮੁਖ ਹੋ ਜੇ, ਤੇ ਰੱਬ ਤੋਂ ਉਧਰ ਬੰਦਾ ਅਸਲ ਦੇ ਵਿੱਚ ਖਤਮ ਹੋ ਜਾਂਦਾ ਹੈ। ਜਿੱਦਣ ਮਾਂ ਪਿਓ ਦਾ ਸਤਿਕਾਰ ਛੱਡ ਦਿੰਦਾ ਹੈ, ਜਾਂ ਜਿੱਦਣ ਰੱਬ ਨੂੰ ਜਪਣਾ ਤਿਆਗ ਦਿੰਦਾ ਹੈ। ਮਹਾਰਾਜ ਕਹਿੰਦੇ ਜਿੰਨਾ ਤੈਨੂੰ ਸਿਰਜਿਆ ਤੂੰ ਉਹਨਾਂ ਨੂੰ ਹੀ ਭੁੱਲ ਗਿਓ। ਮਾੜੇ ਰੰਗ ਅਪਾਰ ਹੈ ਨਾ, ਬਹੁਤ ਕਰੇ ਫਰਮੈਸੀ ਹੈ ਨਾ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ, ਜਬ ਕਛ ਪਾਵੇ ਤਬ ਗਰਭ ਕਰਤਾ ਹੈ। ਹੁਣ ਰੱਬ ਕਿੱਥੇ ਚੇਤੇ, ਹੁਣ ਤੇ ਸਿਰਜਣਹਾਰ ਭੁਲਾਇਆ। ਬੰਦਾ ਰੱਬ ਨੂੰ ਵੀ ਮੱਥਾ ਲਾ ਲੈਂਦਾ, ਕਹਿੰਦਾ ਕਿਹੜੇ ਰੱਬ ਦੀ ਗੱਲ ਕਰਦੇ ਹੋ। ਅਰਨਾਕਸ਼ ਨੇ ਇਹੀ ਤੇ ਕਿਹਾ ਸੀ, ਕਹਿੰਦਾ ਮੈਂ ਹੀ ਰੱਬ ਹੈ, ਜਲੇ ਅਰਨਾਕ 'ਚ ਥਲੇ ਅਰਨਾਕ 'ਚ ਕਿਉਂ, ਜਲੇ ਹਰੀ ਥਲੇ ਹਰੀ ਕਹਿਣ ਵਾਲੇ ਦਾ ਮੈਂ ਕਤਲ ਕਰ ਦਿਆਂਗਾ। ਰਾਵਣ ਵੀ ਕਹਿੰਦਾ ਸੀ ਰੱਬ ਮੈਂ ਹੀ ਹੈ। ਸਿਕੰਦਰ ਕਹਿੰਦਾ ਸੀ ਜੋ ਜੀਤਾ ਵਹੀ ਸਿਕੰਦਰ। ਮਹਾਰਾਜ ਕਹਿੰਦੇ ਸਿਰਜਣਹਾਰ ਨੂੰ ਭੁੱਲ ਕੇ ਬਹੁਤ ਕਰੇ ਫਰਮਾਇਸ਼ੀ, ਬੰਦਾ ਖਤਮ ਹੋ ਜਾਂਦਾ ਹੈ। ਫਿਰ ਰੱਬ ਬੁਰੀ ਤਰ੍ਹਾਂ ਮਾਰਦਾ ਜਿਹੜਾ ਹੰਕਾਰਿਆ ਜਾਂਦਾ। ਮਹਾਰਾਜ ਕਹਿੰਦੇ ਤੂੰ ਜਨਮ ਦੇਣ ਵਾਲੇ ਨੂੰ ਵਿਸਾਰ ਦਿੱਤਾ, ਲੈਂਦਾ ਬਦ ਦੁਆਏ ਤੂੰ ਫਿਰ ਲੋਕਾਂ ਤੋਂ ਬਦਦੁਆਵਾਂ ਲੈਂਦਾ ਹੈ। ਇਹੋ ਜਿਹੇ ਬੰਦੇ ਨੂੰ ਬਦਦੁਆਵਾਂ ਹੀ ਦੇਣਗੇ ਲੋਕ। ਮਾਇਆ ਕਰੇ ਇਕੱਤ, ਕਹਿੰਦੇ ਮਾਇਆ ਇਕੱਠੀ ਕਰਨ ਤੇ ਲੱਗਾ, ਲੋਕਾਂ ਦੀਆਂ ਬਦਦੁਆਵਾਂ ਲੈਂਦਾ ਹੈ। ਮਹਾਰਾਜ ਕਹਿੰਦੇ ਵਿਖਿਆਣ ਸਿਉ ਕਾਹੇ ਰਚਿਓ, ਮਾਇਆ ਕਰੇ ਇਕੱਤ ਲੈਂਦਾ ਬਦ ਦੁਆਏ ਤੂੰ। ਲੋਕ ਬਦਦੁਆ ਲੋਕ ਕਰਤੇ ਕੁਝ ਨਹੀਂ, ਗਰੀਬ ਬੰਦਾ ਕਿਸੇ ਤਗੜੇ ਬੰਦੇ ਦਾ ਕੀ ਕਰ ਸਕਦਾ, ਬਦਦੁਆ ਜ਼ਰੂਰ ਦੇਗਾ ਵੀ ਤੇਰਾ ਬੇੜਾ ਹੀ ਗਰਕ ਹੋ ਜਾਏ, ਤੇਰਾ ਨਾਸ਼ ਹੀ ਹੋ ਜਾਏ। ਇਹ ਤੇ ਬੰਦਾ ਕਹੇਗਾ ਹੀ ਜਿਹਦਾ ਜ਼ੋਰ ਕੋਈ ਨਹੀਂ ਹੈ। ਮਹਾਰਾਜ ਕਹਿੰਦੇ ਜਿਸ ਤੋਂ ਤੂੰ ਪਤਿਆਏਂਦਾ ਸੋ ਸੰਗ ਤੁਝੇ ਅਨਿਤ ਅਹੰਕਾਰ ਕਰੇ ਅਹੰਕਾਰੀਆ। ਅਹੰਕਾਰੀਆ ਤੂੰ ਬਹੁਤ ਅਹੰਕਾਰ ਕਰਦਾ ਹੈ। ਆ ਜਾਂਦਾ ਨਾ ਮਨੁੱਖ ਤੇ ਮੈਂ ਮੇਰੀ ਚ ਬੰਦਾ ਪੈ ਜਾਂਦਾ ਹੈ। ਵਿਆਪਿਆ ਮਨ ਕੀ ਮਤ, ਕਹਿੰਦੇ ਮਨ ਦੀ ਮਤ ਦੇ ਪਿੱਛੇ ਚੱਲਦਾ ਹੈ, ਗੁਰਮਤ ਤੇ ਤੇਰੇ ਅੰਦਰੋਂ ਨਜ਼ਰ ਹੀ ਨਹੀਂ ਪੈਂਦੀ ਹੈ। ਤਿੰਨ ਪ੍ਰਭ ਆਪ ਭੁਲਾਇਆ, ਕਹਿੰਦੇ ਸ਼ਾਇਦ ਰੱਬ ਨੇ ਆਪਣੇ ਨਾਲੋਂ ਤੋੜ ਦਿੱਤਾ। ਪੁੱਤਰ ਚੰਗਾ ਨਾ ਹੋਵੇ ਨਾ ਤੇ ਬਾਪੂ ਹੀ ਰਿਸ਼ਤਾ ਤੋੜ ਜਾਂਦਾ ਹੈ, ਕਹਿੰਦਾ ਮੈਂ ਇਹਦੇ ਤੋਂ ਕੀ ਲੈਣਾ, ਜਾਂ ਮਗਰੋਂ ਲੈ ਦਫਾ ਹੋ, ਮੈਂ ਤੇਰੇ ਤੋਂ ਕੀ ਲੈਣਾ, ਮੈਂ ਤੈਨੂੰ ਜਨਮ ਦੇਣਾ ਸੀ ਦੇ ਦਿੱਤਾ। ਸੱਚ ਜਾਣੋ ਰੱਬ ਵੀ ਇਸ ਤਰ੍ਹਾਂ ਕਹਿੰਦਾ, ਬੁਰੇ ਬੰਦੇ ਦੇ ਸਿਰ ਤੋਂ ਹੱਥ ਚੁੱਕ ਜਾਂਦਾ, ਉਹ ਕਹਿੰਦਾ ਜਾ ਦਫਾ ਹੋ, ਜਿੱਧਰ ਮਰਜ਼ੀ ਜਾਣਾ, ਮੈਂ ਤੇਰੇ ਤੋਂ ਕੀ ਲੈਣਾ, ਮੇਰਾ ਫਰਜ਼ ਸੀ ਤੈਨੂੰ ਜਨਮ ਦੇ ਦਿੱਤਾ, ਹੁਣ ਧੱਕੇ ਖਾ ਜਿੱਧਰ ਜਾਣਾ। ਤੇ ਜਿਹਨੂੰ ਮਾਂ ਪਿਓ ਇਸ ਤਰ੍ਹਾਂ ਬਦਦੁਆ ਦੇ ਦੇਣ, ਰੱਬ ਬਦਦੁਆ ਦੇ ਦੇ, ਦੱਸੋ ਦੇ ਜੀਵਨ 'ਚ ਸੁੱਖ ਕਿਵੇਂ ਰਹੇਗਾ ਵੀ, ਕਿਵੇਂ ਉਹ ਸੁੱਖ। ਜਿਸ ਬੱਚੇ ਨੂੰ ਮਾਂ ਪਿਓ ਕਹਿ ਜਾਂਦੇ ਜਾ ਦਫਾ ਹੋ ਅਸੀਂ ਤੇਰੇ ਤੋਂ ਕੀ ਲੈਣਾ, ਉਹ ਗਰਕ ਹੋ ਜਾਂਦਾ, ਮਰ ਤੇ ਉਧਰ ਹੀ ਜਾਂਦਾ ਜਿਵੇਂ ਭਾਵੇਂ ਜਿੰਨਾ ਚਿਰ ਮਰਜ਼ੀ ਸਰੀਰ ਕਰਕੇ। ਮਾਂ ਪਿਓ ਦੀ ਅਸੀਸ ਮਨੁੱਖ ਵਾਸਤੇ ਬੜੇ ਮਾਇਨੇ ਰੱਖਦੀ ਹੈ। ਉਹ ਇੱਕ ਨਾ ਮੂਸਾ ਪੈਗੰਬਰ ਹੋਇਆ, ਉਹ ਆਪਣੇ ਮੁਰਸ਼ਿਦ ਨੂੰ ਮਿਲਣ ਜਾਂਦਾ ਸੀ। ਮੁਰਸ਼ਿਦ ਨੂੰ ਉਹ ਜਦੋਂ ਮਿਲਣ ਜਾਂਦਾ ਹੈ ਤੇ ਉਹਦੀ ਨਾ ਮਾਂ ਚੜ੍ਹਾਈ ਕਰ ਗਈ ਮੂਸੇ ਪੈਗੰਬਰ ਦੀ। ਹੁਣ 13 ਦਿਨਾਂ ਤੇ ਉਦੋਂ ਜਿਹੜਾ ਭੋਗ ਵਗੈਰਾ ਸਾਰੀ ਕਿਰਿਆ ਕੀਤੀ ਜਾਂਦੀ ਸੀ ਵੀ ਅੰਤਮ ਰਸਮਾਂ ਨਿਭਾਈਆਂ ਜਾਂਦੀਆਂ। ਉਹ 13 ਕੁ ਦਿਨ ਗਿਆ ਨਾ ਆਪਣੇ ਗੁਰੂ ਨੂੰ ਮਿਲਣ, ਮੁਰਸ਼ਿਦ ਨੂੰ। 13 ਦਿਨਾਂ ਬਾਅਦ ਗਿਆ ਤੇ ਉਹ ਮੁਰਸ਼ਿਦ ਨੇ ਇਹਦੇ ਨੇ ਬੋਲ ਕੇ ਮੂਸਿਆ ਹੋਰ ਨਾ ਧਿਆਨ ਨਾਲ ਚੱਲਿਆ ਕਰ, ਧਿਆਨ ਨਾਲ।
ਮੂਸਾ ਕਹਿੰਦਾ ਜੀ ਮੈਂ ਸਾਲ ਕਿੰਨੇ ਸਾਲ ਹੋ ਗਏ ਤੁਹਾਡੇ ਕੋਲ ਆਉਂਦਿਆਂ, ਕਦੇ ਤੁਸੀਂ ਇਹ ਗੱਲ ਨਹੀਂ ਕਹੀ ਵੀ ਧਿਆਨ ਨਾਲ ਚੱਲਿਆ ਕਰ। ਅੱਜ ਆਪਣੀ ਮਾਂ ਦੀਆਂ ਰਸਮਾਂ ਨਿਭਾ ਕੇ ਤੁਸੀਂ ਇਹ ਗੱਲ ਕਹੀ। ਗੁਰੂ ਨੇ ਇਹ ਗੱਲ ਕਹੀ, ਮੁਰਸ਼ਿਦ ਗੁਰੂ ਨੂੰ ਕਹਿੰਦੇ ਆ ਵੀ ਧਿਆਨ ਨਾਲ ਚੱਲਿਆ ਕਰ। ਮੂਸੇ ਪੈਗੰਬਰ ਨੇ ਕਿਹਾ ਇਸ ਕਰਕੇ ਅੱਜ ਮੂਸੇ ਪੈਗੰਬਰ ਨੂੰ ਉਹ ਕਿਹਾ ਇਸ ਕਰਕੇ ਤੈਨੂੰ ਕਿਹਾ ਅੱਜ ਧਿਆਨ ਨਾਲ ਚੱਲਿਆ ਕਰ, ਕਿਉਂਕਿ ਅੱਜ ਤੇਰੀ ਮਾਂ ਦੀਆਂ ਸੀਸਾਂ ਤੇਰੇ ਨਾਲ ਨਹੀਂ ਰਹੀਆਂ। ਅੱਗੇ ਤੇਰੀ ਮਾਂ ਦੀਆਂ ਸੀਸਾਂ ਤੁਰਨ ਤੋਂ ਪਹਿਲਾਂ ਉਹ ਰੱਬ ਨੂੰ ਚੇਤੇ ਕਰਦੀ ਸੀ, ਮੇਰਾ ਪੁੱਤ ਘਰੋਂ ਚੱਲਿਆ ਸਹੀ ਸਲਾਮਤ, ਉਹ ਅਸੀਸ ਹੁਣ ਤੈਨੂੰ ਕਿਤੇ ਨਹੀਂ ਮਿਲਣੀ। ਇਹਦਾ ਮਤਲਬ ਹੈ ਗੁਰੂ ਪੈਗੰਬਰ ਨੂੰ ਵੀ ਪਤਾ ਹੈ ਮਾਂ ਪਿਓ ਦੀ ਸੀਸ, ਤੇ ਜਿਹੜਾ ਸੀਸ ਤੋਂ ਮਾਂ ਪਿਓ ਦੀ ਤੋਂ ਵਾਂਝਾ ਹੋ ਗਿਆ, ਸਿਰਜਣਹਾਰ ਭੁਲਾਇਆ ਦੱਸੂ ਬੰਦਾ ਫਿਰ ਤਬਾਹ ਹੀ ਹੋਏਗਾ, ਖਤਮ ਹੀ ਹੋ ਗਿਆ। ਉਹ ਵੱਖਰੀ ਗੱਲ, ਉਹਦੇ ਕੋਲ ਹੈ ਬਹੁਤ ਕੁਝ ਹੈ, ਫਰਮਾਇਸ਼ ਫਿਰ ਵੀ ਉਹ ਕਰਦਾ ਹੈ, ਰੰਗ ਅਪਾਰ ਮਾਣਦਾ ਹੈ। ਮਹਾਰਾਜ ਕਹਿੰਦੇ ਆ ਤਿੰਨ ਪ੍ਰਭ ਆਪ ਭੁਲਾਇਆ, ਸ਼ਾਇਦ ਰੱਬ ਨੇ ਆਪਣੇ ਨਾਲ ਉਹਨੂੰ ਤੋੜਿਆ। ਨਾ ਤਿਸ ਜਾਤ ਨਾ ਪਤ, ਉਹਦੀ ਕੋਈ ਜਾਤ ਵੀ ਨਹੀਂ ਹੁੰਦੀ, ਉਹਦੀ ਕੋਈ ਇੱਜ਼ਤ ਵੀ ਨਹੀਂ ਹੁੰਦੀ। ਪਤ ਇੱਜ਼ਤ ਨੂੰ ਕਹਿੰਦੇ ਆ। ਆਪਣੇ ਆਪ ਵਿੱਚੋਂ ਸਮਝਦਾ ਮੇਰੇ ਕੋਲ ਪਦਵੀ ਮੈਂ ਬਹੁਤ ਹੈ, ਲੋਕ ਉਹਦਾ ਮਾਣ ਸਤਿਕਾਰ ਨਹੀਂ ਕਰਦੇ ਹੈ। ਲੋਕ ਉਹਦਾ ਮਾਣ ਸਤਿਕਾਰ, ਜਿਹੜਾ ਚੰਗਾ ਬੰਦਾ ਹੈ ਨਾ ਉਹਦੇ ਕੋਲ ਪਦਵੀ ਹੋਵੇ ਤਾਂ ਵੀ ਲੋਕ ਸਤਿਕਾਰ ਕਰਦੇ, ਪਦਵੀ ਖੁੱਸ ਵੀ ਜਾਵੇ ਲੋਕ, ਕੌਮ ਫਿਰ ਵੀ ਉਹਨੂੰ ਮਾਣ ਦਿੰਦੀ ਹੈ, ਕਹਿੰਦੀ ਨਹੀਂ ਇਹਦੇ ਅੰਦਰ ਸੱਚ ਹੈ, ਇਹ ਤੇ ਸਾਰਿਆਂ ਦਾ ਦਰਦੀ ਹੈ। ਕੀ ਗੱਲ ਜੇ ਪਦਵੀ ਨਹੀਂ ਰਹੇ, ਹਜੂਮ ਫਿਰ ਵੀ ਪਿੱਛੇ ਤੁਰਦਾ ਹੈ। ਤੇ ਜਿਨ੍ਹਾਂ ਨੇ ਕੁਝ ਕੋਲ ਹੋਣ ਤੇ ਲੋਕਾਂ ਨੂੰ ਤਿਰਸਕਾਰ ਕੀਤਾ, ਲੋਕਾਂ ਦਾ ਬੇਪਸੰਦੀ ਕੀਤੀ, ਫਿਰ ਲੋਕ ਵੀ ਝਿੜਕ ਕੇ ਸੁੱਟ ਦਿੰਦੇ, ਕਹਿੰਦੇ ਜਾ ਵੀ ਤੇਰੇ ਤੋਂ ਅਸੀਂ ਕੀ ਲੈਣਾ। ਉਹਨਾਂ ਚਿਰ ਹੀ ਲੋਕ ਸਲਾਮ ਕਰਨਗੇ ਜਿੰਨਾ ਕੁਝ ਹੈ। ਜਿੱਦਣ ਉਹ ਪਦਵੀਆਂ ਖੁੱਸ ਜਾਂਦੀਆਂ ਲੋਕ ਵੀ ਪਿੱਠ ਕਰ ਲੈਂਦੇ ਆ, ਉਹ ਕਹਿੰਦੇ ਨਹੀਂ ਅਸੀਂ ਤੇਰੇ ਤੋਂ ਕੀ ਲੈਣਾ। ਮਹਾਰਾਜ ਬਖਸ਼ਿਸ਼ ਕਰਦੇ ਨੇ ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ। ਫਿਰ ਸਤਿਗੁਰ ਪੁਰਖ ਮਿਲਾਇਆ, ਇੱਕ ਸੱਜਣ ਨੂੰ ਸਤਿਗੁਰੂ ਪੁਰਖ ਨੇ ਮਿਲਾਇਆ, ਉਹ ਸੱਜਣ ਰੱਬ ਹੈ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਣਾ। ਹਰ ਜਨ ਕਾ ਰਾਖਾ ਏਕ ਹੈ, ਕਿਆ ਮਾਨਸ ਹਉਮੈ ਰੋਏ। ਮਨੁੱਖ ਹਉਮੈ ਚ ਕੀ ਰੋਂਦੇ, ਰਾਖਾ ਤੇ ਸਾਰਿਆਂ ਦਾ ਇੱਕ ਹੀ ਹੈ। ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾ ਕਾ ਅੰਤਰਜਾਮੀ, ਉਹੀ ਰੱਖਿਆ ਕਰਨ ਵਾਲਾ। ਤੇ ਮਹਾਰਾਜ ਰੱਖਿਆ ਕਰਨ ਵਾਲੇ ਨੂੰ ਟੁੱਟ ਗਿਆ ਜੀ। ਉਹ ਜਿਹਨੇ ਰੱਖਿਆ ਕਰਨੀ ਸੀ ਉਹਨੂੰ ਹੀ ਭੁੱਲ ਗਿਆ, ਜਿਹਨੇ ਜਨਮ ਦਿੱਤਾ ਸੀ ਉਹਨੂੰ ਹੀ ਭੁੱਲ ਗਿਆ। ਛੋੜ ਜਾਹੇ ਸੇ ਕਰੇ ਪ੍ਰਾਲ, ਜਿਸ ਚੀਜ਼ ਨੇ ਛੱਡ ਜਾਣਾ ਉਹਨੂੰ ਇਕੱਠੇ ਕਰ। ਪ੍ਰਾਲ ਪਤਾ ਕਿਹਨੂੰ, ਪਰਾਲੀ ਨੂੰ ਕਹਿੰਦੇ ਆ। ਆਪਾਂ ਜ਼ਿਮੀਂਦਾਰ ਹੈ ਨਾ, ਝੋਨਾ ਵੱਢਦੇ ਆ, ਕਣਕ ਵੱਢਦੇ ਆ, ਮਸ਼ੀਨ ਨਾਲ ਦਾਣੇ ਲਾ ਲਏ ਉੱਪਰੋਂ, ਤੇ ਪਰਾਲੀ ਨੂੰ ਫਿਰ ਕੀ ਹੁੰਦਾ ਹੈ, ਅੱਗ ਲਾਈ ਜਾਂਦੀ ਹੈ। ਉਹ ਫਾਲਤੂ ਹੁੰਦੀ ਹੈ। ਚਲੋ ਕੋਈ ਜਿਵੇਂ ਤੂੜੀ ਵਗੈਰਾ ਪਸ਼ੂਆਂ ਵਾਸਤੇ ਕੰਮ ਆ ਜਾਂਦੀ ਹੈ। ਮਹਾਰਾਜ ਨੇ ਉੱਥੇ ਵੀ ਉਦਾਹਰਨ ਦਿੱਤੀ, ਕਹਿੰਦੇ ਤੇਰੇ ਨਾਲੋਂ ਫਿਰ ਪਸ਼ੂ ਚੰਗੇ ਆ, ਤੂੰ ਦਾਣੇ ਖਾਂਦਾ ਹੈ, ਪਸ਼ੂ ਤੂੜੀ ਖਾਂਦੇ ਆ, ਉਹ ਦੁੱਧ ਦਿੰਦੇ, ਤੂੰ ਮਦ ਫੈਲੀਆਂ ਕਰਦਾ ਹੈ। ਕਣਕ ਵੱਢ ਲਈ ਅਸੀਂ ਆਪ ਘੜੋਲੇ ਭਰ ਲਏ, ਆਟਾ ਖਾਧਾ, ਅਨਾਜ ਅਸੀਂ ਖਾਧਾ, ਪਸ਼ੂਆਂ ਨੂੰ ਕੀ ਪਾਇਆ ਜਿਹੜਾ ਸਾਡੇ ਤੋਂ ਵਧਿਆ, ਪਰਾਲੀ ਤੂੜੀ। ਤੇ ਮਹਾਰਾਜ ਕਹਿੰਦੇ ਉਹਨਾਂ ਨੇ ਤੂੜੀ ਖਾ ਕੇ ਵੀ ਖੜ ਖਾਏ ਅੰਮ੍ਰਿਤ ਦੇ ਨਾਮ ਵੀ ਹੋਣੇ ਆਦਮੀ ਧ੍ਰਿਗ ਜੀਵਨ। ਅਸਲੇ ਕਹਿੰਦੇ ਫਿਰ ਪਸ਼ੂ ਚੰਗੇ ਨੇ, ਉਹ ਤੂੜੀ ਖਾ ਕੇ ਵੀ ਦੁੱਧ ਦਿੰਦੇ ਐ, ਤੂੰ ਤੇ ਅਨਾਜ ਖਾ ਕੇ ਵੀ ਵੱਧ ਫੈਲੀਆਂ ਕਰਦਾ ਹੈ, ਰੱਬ ਦਾ ਨਾਮ ਨਹੀਂ ਜਪਦਾ। ਵਿਗੜ ਸਿਓ ਕਾਹੇ ਰਚਿਓ, ਵਿਸ਼ੇ ਵਿਕਾਰਾਂ 'ਚ ਪਿਆ ਹੋਇਆ। ਮਹਾਰਾਜ ਕਹਿੰਦੇ ਛੋੜ ਜਾਹੇ ਸੇ ਕਰੇ, ਆ ਜਿਹੜੀ ਤੂੰ ਮਾਇਆ ਇਕੱਠੀ ਕਰਦਾ ਨਾ, ਹੋਰ ਇਧਰ ਉਧਰ ਇਹ ਪਰਾਲੀ ਇਕੱਠੀ ਕਰਨੀ ਹੈ, ਜਿਹੜੀ ਕੰਮ ਨਹੀਂ ਆਉਂਦੀ, ਖੀਰ ਨੂੰ ਅੱਗ ਹੀ ਲੱਗਦੀ ਇਹਨੂੰ। ਕਾਮ ਨਾ ਆਵੇ ਸੇ ਜੰਜਾਲ, ਜੰਜਾਲ 'ਚ ਫਸਿਆ ਚੀਜ਼ਾਂ ਤੇਰੇ ਕੰਮ ਨਹੀਂ ਆਉਣੀਆਂ ਜਿਹੜੀਆਂ ਕਤਰ ਕਰਦਾ। ਬਹੁਤੇ ਮਨੁੱਖ ਕਹਿ ਦਿੰਦੇ ਜਿਹੜੇ ਸਾਰਾ ਜ਼ਿੰਦਗੀ ਧਨ ਜੋੜਦੇ ਨੇ ਨਾ, ਧਨ ਬਹੁਤ ਹੋ ਗਿਆ, ਫਿਰ ਇੱਕ ਦਿਨ ਕਹਿ ਦਿੰਦੇ ਸਾਰਾ ਕੁਝ ਧਨ ਨਹੀਂ ਹੈ। ਉਹ ਬੰਦੇ ਹੀ ਕਹਿ ਦਿੰਦੇ ਆ। ਆਖਦੇ ਅੱਗੇ ਜਦੋਂ ਅਸੀਂ ਸੰਧਿਆ ਲੈਂਦੇ ਸੀ ਨਾ ਗਿੱਦੜਵਾ, ਆ ਦੀਪ ਬੱਸ ਵਾਲੇ ਨਹੀਂ, ਇਹਨਾਂ ਦਾ ਮਾਲਕ ਬਾਪੂ ਜੀ ਹੁੰਦੇ, ਸਾਨੂੰ ਪਤਾ ਨਹੀਂ ਹੈ ਕਿ ਨਹੀਂ। ਸਾਡੇ ਉਸਤਾਦ ਜੀ ਦੇ ਬੜੇ ਮਿੱਤਰ ਸਨ, ਉਹਨਾਂ ਦੇ ਕੋਲ ਆਉਂਦੇ ਹੁੰਦੇ ਹਨ। ਤੇ ਉਹ ਇੱਕ ਗੱਲ ਕਹਿੰਦੇ ਸੀ ਸਾਡੇ ਉਸਤਾਦ ਜੀ ਨੂੰ, ਜੀ ਧਨ ਦੀ ਕੋਈ ਕਮੀ ਨਹੀਂ ਹੈ, ਪਤਾ ਨਹੀਂ ਕਿੰਨੀਆਂ ਕੁ ਬੱਸਾਂ ਅਣਗਿਣਤ ਚੱਲਦੀਆਂ, ਅੱਜ ਵੀ ਉਦੋਂ ਉਸ ਤੋਂ ਵਧੀਆ ਹੀ ਹੈ। ਕਹਿੰਦੇ ਸਾਰੀਆਂ ਪੈਂਟ ਕੋਟ ਪਾ ਕੇ ਰੱਖਦੇ ਸਨ, ਕਹਿੰਦੇ ਸਾਰੀਆਂ ਜੇਬਾਂ ਨੋਟਾਂ ਨਾਲ ਭਰੀਆਂ, ਪਰ ਖਾਣ ਦੀ ਆਗਿਆ ਨਹੀਂ ਹੈ ਕਿਸੇ ਦੁਕਾਨ ਤੋਂ ਬਰਫੀ ਦੀ ਟੁਕੜੀ। ਜ਼ਹਿਰ ਵਾਸਤੇ ਉਹ ਡਾਕਟਰਾਂ ਨੇ ਕਿਹਾ ਉਹ ਪਾਣੀ ਜੀ ਵਾਲੀ ਪਤਲੀ ਜੀ ਦਾਲ ਤੇ ਖੁਸ਼ਕ ਪ੍ਰਸ਼ਾਦਾ ਹੀ 2 ਟਾਈਮ ਛਕਣਾ ਹੈ। ਫਿਰ ਉਹ ਬੰਦਾ ਕਈ ਵਾਰੀ ਕਹਿ ਦਿੰਦਾ ਨਾ ਹੈ ਬਹੁਤ ਕੁਝ, ਪਰ ਸਾਰਾ ਕੁਝ ਮਾਇਆ ਨਹੀਂ। ਗਰੀਬ ਬੰਦਾ ਦਿਹਾੜੀ ਕਰਕੇ ਜੋ ਮਰਜ਼ੀ ਰਸਤੇ 'ਚ 50 ਰੁਪਏ ਦਾ ਖਰੀਦ ਕੇ ਖਾ ਸਕਦਾ ਹੈ, ਕਿਸੇ ਦੀ ਜੇਬ 'ਚ ਕਰੋੜ ਰੁਪਈਆ ਹੋ ਸਕਦਾ ਹੈ, ਪਰ ਉਹ 50 ਰੁਪਏ ਦੀ ਬਰਫੀ ਖਰੀਦ ਕੇ ਨਹੀਂ ਖਾ ਸਕਦਾ, ਕਿਉਂਕਿ ਜ਼ਹਿਰ ਉਹਦੇ ਵਾਸਤੇ ਬਣੀ ਹੋਈ ਹੈ ਇਸ ਟਾਈਮ। ਫਿਰ ਧਨ ਤੇ ਸਭ ਕੁਝ ਨਹੀਂ ਹੈ ਨਾ। ਮਹਾਰਾਜ ਕਹਿੰਦੇ ਜੋ ਇਕੱਠਾ ਕਰਦਾ ਹੈ ਤੈਨੂੰ ਸੁੱਖ ਨਹੀਂ ਦੇਣਾ ਇਹਨੇ।
ਮੰਨ ਲਓ ਅੱਜ ਬੰਦਾ ਅਮੀਰ ਹੋ ਗਿਆ, ਭਰਾ ਗਰੀਬ ਨੇ, ਰਿਸ਼ਤੇਦਾਰ ਗਰੀਬ ਨੇ, ਵਰਤਣਾ ਛੱਡ ਦਿੱਤਾ, ਉਹ ਮੋਢਾ ਤੇ ਖੀਰ ਨੂੰ ਤੈਨੂੰ ਭਰਾਵਾਂ ਨਹੀਂ ਦੇਣਾ, ਮੋਢਾ ਤੇ ਰਿਸ਼ਤੇਦਾਰਾਂ ਨਹੀਂ ਦੇਣਾ, ਮਾਇਆ ਨੇ ਥੋੜੀ ਤੈਨੂੰ ਚੁੱਕ ਕੇ ਸਿਵਿਆਂ 'ਚ ਲੈ ਜਾਣਾ। ਜ਼ਰੂਰਤ ਫਿਰ ਇਹਨਾਂ ਭਰਾਵਾਂ ਦੀ ਪੈਣੀ ਹੈ। ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ, ਤੇ ਕਈ ਵਾਰੀ ਅਮੀਰ ਬੰਦਾ ਗਰੀਬ ਭਰਾ ਨਾਲ ਵੀ ਵਰਤਣਾ ਛੱਡ ਦਿੰਦਾ। ਜਿਉਂ ਨਿਰਦਨ ਸਰਦਨ ਕਹਿ ਜਾਏ ਆਗੇ ਬੈਠਾ ਪੀੜ ਫਰਾਏ। ਅਮੀਰ ਭਰਾ ਦੇ ਘਰੇ ਗਰੀਬ ਭਰਾ ਆ ਗਿਆ ਵੀ ਚਲੋ ਇਹਨੂੰ ਮਿਲਦੇ ਆ, ਤੇ ਅਮੀਰ ਨੇ ਪਿੱਠ ਕਰ ਲਈ, ਕਹਿੰਦੇ ਮੰਗਣ ਹੀ ਆਇਆ ਹੋਏਗਾ ਕੁਛ, ਤੇ ਕਹਿੰਦੇ ਮੋਢਾ ਫਿਰ ਉਹ ਭਰਾ ਨਹੀਂ ਦੇਣਾ, ਧਨ ਨੇ ਨਹੀਂ ਦੇਣਾ, ਪਿੱਠ ਕਰ ਲਈ ਉਹਦੇ ਹੱਲ। ਮਨੁੱਖ ਰਿਸ਼ਤੇਦਾਰੀਆਂ ਵੀ ਤੋੜ ਜਾਂਦਾ ਹੈ, ਹੰਕਾਰ ਆਫਰ ਜਾਂਦਾ ਹੈ ਅੰਦਰੋਂ, ਰੱਬ ਭੁੱਲ ਗਿਆ, ਮਾਂ ਪਿਓ ਦਾ ਸਤਿਕਾਰ ਛੱਡ ਦਿੱਤਾ, ਰਿਸ਼ਤੇਦਾਰ ਦਾ ਸਤਿਕਾਰ। ਉਹ ਦੱਸ ਤੇਰੇ ਨਾਲ ਜਾਣਾ ਕੀ ਹੈ, ਪਰਾਲੀ ਕਿਉਂ ਇਕੱਠੀ ਕਰਦਾ ਹੈ? ਮਰਜ਼ ਕਹਿੰਦੇ ਕਾਮ ਨਾ ਆਵੇ ਸੇ ਜੰਜਾਲ 'ਚ ਫਸਿਆ, ਜੋ ਇਕੱਠਾ ਕਰਦਾ ਤੇਰੇ ਕੰਮ ਆਉਣ ਵਾਲਾ ਨਹੀਂ। ਕਾਮ ਨਾ ਆਵੇ ਸੇ ਜੰਜਾਲ, ਸੰਗ ਨਾ ਚੱਲੇ ਤਿਸ ਸਿਉ ਹੀਤ। ਜਿਹੜੀ ਚੀਜ਼ ਨਾਲ ਨਹੀਂ ਜਾਣੀ ਉਹਦੇ ਨਾਲ ਹਿੱਤ ਜੋੜੀ ਬੈਠਾ। ਧਨ ਨਾਲ ਨਹੀਂ ਜਾਣਾ ਨਾ, ਕਿੰਨਾ ਸਾਨੂੰ ਪਿਆਰਾ ਲੱਗਦਾ ਹੈ। ਤੁਸੀਂ ਕਿਤੇ ਤੁਰੇ ਜਾਂਦੇ ਹੋ, ਮੰਨ ਲਓ ਬੱਸ 'ਚ ਬੈਠੇ ਆ, ਗੱਡੀ 'ਚ ਬੈਠੇ ਆ, 100 ਰੁਪਈਏ ਦਾ ਨੋਟ ਤੁਹਾਨੂੰ ਦਿਸ ਪਿਆ, ਹੱਥ 'ਚ ਨਹੀਂ ਆਇਆ, ਗੱਡੀ ਤੇਜ਼ ਸੀ, ਉੱਡ ਗਿਆ, ਉਹ ਤੁਹਾਨੂੰ ਚਿੰਤਾ ਲਾ ਦੇਣੀ ਉਸ 100 ਰੁਪਈਏ ਨੇ ਵੀ ਉਹ ਪਕੜ ਲੈਂਦੇ ਤੇ ਕਿਤੇ ਉਹ ਹੱਥ 'ਚੋਂ ਨਿਕਲ ਗਿਆ। ਮਾਇਆ ਇੰਨੀ ਪਿਆਰੀ ਹੈ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜੱਗ ਖਾਇਆ। ਖਾ ਜਾਂਦੀ ਐਵੇਂ ਸਾਡੀ ਸੂਰਤ ਨੂੰ ਖਰਾਬ ਕਰ ਦਿੰਦੀ ਹੈ। ਮਾਇਆ ਦੇ ਘਾਟੇ ਵਾਧੇ 'ਚ ਬੰਦਾ ਖੁਸ਼ ਤੇ ਗਮੀ ਮਹਿਸੂਸ ਕਰਦਾ ਹੈ। ਮਹਾਰਾਜ ਕਹਿੰਦੇ ਜਿਹੜੀ ਸੰਗ ਨਹੀਂ ਜਾਣੀ ਉਹਦੇ ਨਾਲ ਤੂੰ ਹਿੱਤ ਲਾ ਕੇ ਬੈਠਾ ਹੈ। ਜੋ ਬਹਿਰਾਈ ਸੇਈ ਮੀਤ, ਜੋ ਤੇਰੇ ਵਿਰੋਧੀ ਨੇ ਉਹਨਾਂ ਨੂੰ ਮਿੱਤਰ ਬਣਾਈ ਬੈਠਾ ਇਸ ਟਾਈਮ। ਜੋ ਤੇਰੇ ਵਿਰੋਧੀ ਨੇ ਉਹ ਤੇਰੇ ਮਿੱਤਰ ਨੇ। ਵਿਰੋਧੀ ਕੌਣ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਤੇ ਇਸ ਟਾਈਮ ਅਸੀਂ ਇਹਨਾਂ ਦੇ ਵਿੱਚ ਮਸਤ ਹੈ। ਬੰਦਾ ਕਾਮੀ ਵੀ ਹੁੰਦਾ ਹੈ, ਕ੍ਰੋਧੀ ਵੀ ਹੁੰਦਾ ਹੈ, ਲੋਭੀ ਵੀ ਹੈ। ਮਰਦ ਕਹਿੰਦੇ ਜਿਨ੍ਹਾਂ ਨੇ ਛੱਡ ਜਾਣਾ ਹੈ ਉਹਨਾਂ ਨੂੰ ਮਿੱਤਰ, ਜਿਹੜੇ ਤੇਰੇ ਦੁਸ਼ਮਣ ਨੇ ਉਹ ਮਿੱਤਰ ਬਣਾਈ ਬੈਠਾ। ਜਿਹੜੇ ਮਿੱਤਰ ਸਾਨੂੰ ਉਹਨਾਂ ਨੂੰ ਦੁਸ਼ਮਣ ਸਮਝਦਾ ਹੈ। ਮਿੱਤਰ ਸਾਡਾ ਕੌਣ ਹੈ? ਗੁਰੂ। ਮਿੱਤਰ ਕੌਣ ਨੇ? ਆ ਸਤ ਸੰਗੀ। ਇਹਨਾਂ ਤੋਂ ਕੋਲ ਬੈਠਣ ਦਾ ਸਮਾਂ ਨਹੀਂ ਹੈ। ਦੁਸ਼ਮਣਾਂ ਦੇ ਵਿੱਚ ਬੰਦਾ ਘਿਰਿਆ ਰਹਿੰਦਾ ਹੈ ਸਾਰਾ ਦਿਨ। ਦੁਸ਼ਮਣ ਸਾਡੇ ਨੇ ਵਿਕਾਰ ਅੰਦਰ ਬੈਠੇ। ਮਾਰੇ ਲੂਟੇ ਨੀਤ ਮਾਰਦੇ ਵੀ ਲੁੱਟਦੇ ਨੇ। ਕਿਸ ਆਗੇ ਕਰੀ ਪੁਕਾਰ ਜਨਾ, ਕਿਹਦੇ ਅੱਗੇ ਪੁਕਾਰ ਕਰਾਂ? ਤੇ ਗੁਰੂ ਸਾਹਿਬ ਨੇ ਕਿਹਾ ਇਹ ਛੱਡ ਜਾਣਗੇ ਤੈਨੂੰ ਸ਼੍ਰੀ ਰਾਮ ਨਾਮਾ ਉਚਰ ਮਣਾ ਆਗੇ ਜਾਮ ਦਾਲ ਬਿਖਮ ਘੜਾ। ਅੱਗੇ ਬੜਾ ਭਿਆਨਕ ਰਸਤਾ ਹੈ। ਰੱਬ ਨੂੰ ਜਾਪੇ ਪੈਰੀ ਵਿਰੋਧੀ ਤੇਰੇ ਅਧੀਨ ਹੋ ਜਾਣਗੇ, ਨਹੀਂ ਤੇ ਤੇਰੇ ਤੇ ਹਾਵੀ ਨੇ। ਮਹਾਰਾਜ ਨੇ ਅੱਗੇ ਬਚਨ ਕਹੇ ਐਸੇ ਭਰਮ ਭੁੱਲੇ ਸੰਸਾਰਾ। ਸੰਸਾਰ ਐਸੇ ਭਰਮ ਚ ਪੈ ਗਿਆ ਜੀ, ਜਨਮ ਪਦਾਰਥ ਖੋਏ ਗਵਾਰਾ। ਜਨਮ ਪਦਾਰਥ ਗੁਵਾਰ ਖਰਾਬ ਕਰ ਰਿਹਾ। ਮਨੁੱਖਾ ਜਨਮ ਮਿਲਿਆ ਨਾ, ਮਾਇਆ ਚ ਦੌੜ ਕੇ ਅਸੀਂ ਖਰਾਬ ਕਰ ਲਿਆ। ਕਿੰਨੇ ਸਾਲ ਸਾਡੇ ਜੀਵਨ ਚੋਂ ਲੰਘ ਗਏ, ਪ੍ਰਾਪਤੀ ਕਿੰਨੀ ਹੋਈ ਸੀ, ਕਿੰਨਾ ਕੁ ਅਸੀਂ ਧਰਮ ਕਮਾ ਲਿਆ, ਕਿੰਨਾ ਸਮਾਂ ਲੰਘ ਗਿਆ ਸਾਡੇ ਜੀਵਨ ਚੋਂ। ਮਹਾਰਾਜ ਕਹਿੰਦੇ ਇਸ ਤਰ੍ਹਾਂ ਹੀ ਸਾਚ ਧਰਮ ਨਹੀਂ ਭਾਵੇ ਡੀਠਾ। ਸੱਚ ਤੇ ਧਰਮ ਇਹਨੂੰ ਚੰਗਾ ਨਹੀਂ ਲੱਗਾ ਮਨੁੱਖ ਨੂੰ। ਮਹਾਰਾਜ ਕਹਿੰਦੇ ਝੂਠ ਧੋ ਸਿਓ ਰਚਿਓ ਮਿੱਠਾ। ਕਹਿੰਦੇ ਝੂਠ ਧਰੋ ਕਰਨਾ ਇਹਨੂੰ ਮਿੱਠਾ ਲੱਗਦਾ ਹੈ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਸੋਇਆ। ਮਾਫ ਕਰਨਾ, ਮੰਨ ਲਓ ਸੱਥ ਚ ਤਾਸ਼ ਖੇਡਣੀ ਜਿੰਨੀ ਚੰਗੀ ਲੱਗਦੀ ਹੈ ਉਨੀ 10 ਸਰੀਰ ਬੈਠ ਕੇ ਬਾਣੀ ਪੜ੍ਹਨੀ ਚੰਗੀ ਲੱਗਦੀ ਆਪ ਜੀਆਂ ਨੂੰ? ਨਹੀਂ ਲੱਗੇਗੀ। ਜਿੰਨਾ ਬੰਦਾ ਸਮਾਂ ਚੁਗਲੀ ਨਿੰਦਿਆ ਕਰਦਿਆਂ ਬਤੀਤ ਕਰਦਾ, ਬਾਣੀ ਪੜ੍ਹਦੇ ਉਹਨਾਂ ਸਮਾਂ ਅਸੀਂ ਕੱਢਦੇ ਹਾਂ। ਜਿੰਨਾ ਬੰਦਾ ਵਿਕਾਰ, ਵੇਖੋ 3 ਘੰਟੇ ਦੀ ਫਿਲਮ ਵੇਖਦੇ ਆ ਬੰਦੇ ਨੂੰ ਕੋਈ ਥਕਾਵਟ ਨਹੀਂ, ਜਪਜੀ ਸਾਹਿਬ ਦਾ ਪਾਠ ਨਹੀਂ ਉਹਦੇ ਤੋਂ ਹੁੰਦਾ, ਨੀਂਦ ਆਉਣ ਲੱਗ ਪੈਂਦੀ, ਗੁਟਕਾ ਸਾਹਿਬ ਹੱਥ ਚੋਂ ਛੁੱਟ ਜਾਂਦਾ ਹੈ। ਤੇ ਮੋਬਾਈਲ ਤੇ ਹੁਣ ਮੇਰੇ ਖਿਆਲ ਵੀ ਆਪਾਂ 14-15 ਘੰਟੇ ਜਾਗਦੇ ਆ, 8 ਘੰਟੇ ਬੰਦਾ ਸੌਂਦਾ ਹੈ। 14-15 ਘੰਟਿਆਂ 'ਚੋਂ ਮੇਰੇ ਖਿਆਲ 10 ਘੰਟੇ ਅਧਿਕ ਬੰਦਾ ਮੋਬਾਈਲ ਚਲਾਉਂਦਾ ਹੈ। ਬਾਣੀ ਕਿੰਨੇ ਘੰਟੇ ਪੜ੍ਹਦਾ ਵੀ? ਬਾਣੀ ਕਿੰਨੀ ਕੁ ਪੜ੍ਹਦਾ? ਜਿੱਥੇ 4 ਸਰੀਰ ਬੈਠ ਚਾਹੀਦਾ ਸੀ ਇਸ ਪਾਸੋਂ ਰਸ ਆਉਂਦਾ, ਬਾਣੀ ਪੜ੍ਹਦੇ ਅਸੀਂ ਬੈਠ ਕੇ। ਆਵੋ ਮਿਲੋ ਸਹੇਲੀਓ ਸਚੜਾ ਨਾਮ ਲਏ ਹਾਂ। ਸਚੜਾ ਨਾਮ ਲੈਂਦੇ ਸਹੇਲੀਆਂ ਰੂਪ ਚ। ਸਚੜਾ ਨਾਮ ਕਿਤੇ 4 ਬੈਠੇ ਹੋਣਗੇ, ਆਪ ਉਧਰੇ ਲੱਗੇ ਹੁੰਦੇ ਮੋਬਾਈਲ 'ਚ। ਕਿਸੇ ਦਾ ਕਿਸੇ ਵੱਲ ਕੋਈ ਗੱਲ ਨਹੀਂ, ਕੋਈ ਬਾਤ ਨਹੀਂ ਹੈ, ਕੋਈ ਦੁੱਖ ਨਹੀਂ, ਕੋਈ ਸੁੱਖ ਨਹੀਂ ਕਰਦਾ, ਉਹ ਆਪਣੇ ਮਸਤ ਹੋਏ ਨੇ। ਮਹਾਰਾਜ ਕਹਿੰਦੇ ਫਿਰ ਰੱਬ ਕਿਵੇਂ ਮਿਲੇਗਾ?
ਝੂਠ ਧੋ ਸਿਓ ਰਚਿਓ, ਝੂਠ ਧੋ, ਝੂਠ ਨਾਲ ਤੂੰ ਜੁੜ ਗਿਆ। ਝੂਠ ਹੀ ਆ ਜੋ ਅਸੀਂ ਮੋਬਾਈਲ 'ਚ ਵੇਖਦੇ, ਸੱਚ ਹੈ? ਬਿਲਕੁਲ ਝੂਠ ਹੈ। ਝੂਠ ਨਾਲ ਜੁੜੇ ਹੈ। ਜੋ ਸੱਚ ਹੈ, ਜਪਜੀ ਸਾਹਿਬ ਸੱਚ ਹੈ, ਬਾਣੀ ਸੱਚ ਹੈ। ਕਿੰਨਾ ਕੁ ਅਸੀਂ ਪਾਠ ਕਰਦੇ ਹਾਂ, ਕਿੰਨਾ ਕੁ ਅਸੀਂ ਜਪਦੇ ਹਾਂ ਜੀ। ਨਾਮ ਹੀ ਸੱਚ ਹੈ, ਰੱਬ ਹੀ ਸੱਚ ਹੈ, ਗੁਰੂ ਹੀ ਸੱਚ ਹੈ, ਬਾਣੀ ਸੱਚ ਹੈ। ਬਾਕੀ ਤੇ ਆਸਾ ਦੀ ਵਾਰ 'ਚ ਮਹਾਰਾਜ ਕਹਿ ਗਏ ਕਿ ਕੂੜ ਰਾਜਾ, ਕੂੜ ਪਰਜਾ, ਕੂੜ ਸਭ। ਉਹ ਕੂੜ ਸਾਨੂੰ ਬੜਾ ਮਿੱਠਾ ਲੱਗਦਾ, ਸੰਸਾਰ ਬੜਾ ਮਿੱਠਾ ਹੈ। ਸਾਰਾ ਦਿਨ ਅਸੀਂ ਝੂਠ ਨਕਲਾਂ ਕਰਦੇ ਆਂ। ਮਹਾਰਾਜ ਅੱਗੇ ਕਹਿੰਦੇ ਦਾਤ ਪਿਆਰੀ ਵਿਸਰਿਆ ਦਤਾਰਾ, ਦਾਤਾਂ ਬੜੀਆਂ ਪਿਆਰੀਆਂ, ਦਾਤੇ ਨੂੰ ਭੁੱਲ ਗਏ। ਦਾਤ ਪਿਆਰੀ ਹੈ, ਮਿਲ ਗਈ ਬੜੀ ਖੁਸ਼ੀ ਮਨਾ ਲਈ ਜੀ, ਤੇ ਦਤਾਰ ਨੂੰ ਭੁੱਲ ਗਏ। ਮਾਫ ਕਰਨਾ, ਮੈਂ ਹੁਣ ਕਈ ਵਾਰੀ ਵੇਖਣਾ ਕਿਸੇ ਦੇ ਘਰੇ ਬੱਚੇ ਦੀ ਅਰਦਾਸ ਕਰਾਉਂਦਾ ਹੈ, ਉਹ ਵੀ ਬੱਚਾ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ, ਮਿਲ ਜਾਂਦਾ ਹੈ। ਉਹ ਪਹਿਲਾਂ ਸ਼ਰਾਬ ਦੀ ਪਾਰਟੀ ਕਰਦਾ, ਉਹ ਜਾਪਣੀ ਸਾਹਿਬ ਨਹੀਂ ਜੀ ਆਉਂਦਾ, ਦੇਖ ਲੈ ਜੀ ਬਾਅਦ ਚ ਆਏਗਾ। ਕਹਿੰਦਾ ਪਹਿਲਾਂ ਦੋਸਤਾਂ ਮਿੱਤਰਾਂ ਨੂੰ ਡੱਬੇ, ਦੂਸਰਿਆਂ ਨੂੰ ਚਾਹੀਦਾ ਸੀ ਜਿੱਥੋਂ ਮਿਲਿਆ ਉਹਦਾ ਜਾ ਕੇ ਪਹਿਲਾਂ ਸ਼ੁਕਰਾਨਾ ਕਰਦੇ, ਪਹਿਲਾਂ ਨਹੀਂ ਆਏਗਾ। ਦਾਤ ਪਿਆਰੀ ਹੈ, ਦਾਤ ਪੁੱਤ ਮਿਲ ਗਿਆ ਬੜਾ ਪਿਆਰਾ, ਮੂੰਹ ਚੋਪਦਾ ਉਹਦਾ ਬੜਾ ਕੁਝ, ਤੇ ਦਾਤ ਜਿਹਨੇ ਦਿੱਤਾ ਸੀ ਹੁਣ ਉਹਦੇ ਕੋਲ ਨਹੀਂ ਆਇਆ, ਹੁਣ ਨਹੀਂ ਉਹਦੇ ਕੋਲ ਆਇਆ। ਦਾਤ ਪਿਆਰੀ ਹੈ, ਦਾਤਾ ਵਿਸਰ ਗਿਆ ਜਿਹਨੇ ਸਭ ਕੁਝ ਦਿੱਤਾ ਹੈ। ਉਹ ਪੁੱਤਰ ਹੀ ਨਹੀਂ ਦਿੱਤਾ ਜਿਹੜਾ ਸਾਡੇ ਘਰੇ ਆਇਆ, ਸਾਨੂੰ ਵੀ ਉਹਨੇ ਹੀ ਭੇਜਿਆ। ਅਸੀਂ ਵੀ ਦਾਤ ਰੂਪ 'ਚ ਹੀ ਆਪਣੇ ਮਾਂ ਪਿਓ ਨੂੰ ਮਿਲੇ ਸਾਂ, ਉਹਨਾਂ ਦੀਆਂ ਵੀ ਅਰਦਾਸਾਂ ਹੋਣ ਗਈਆਂ, ਅਸੀਂ ਕਿੰਨਾ ਕੁਝ ਸ਼ੁਕਰਾਨਾ ਕੀਤਾ ਜੀ ਰੱਬ ਤੇ ਗੁਰੂ ਦਾ। ਹੁਣ ਤੇ ਮਾਫ ਕਰਨਾ, ਬੱਚੇ ਦੇ ਜਨਮ ਤੋਂ ਪਹਿਲਾਂ ਕਹਿ ਦਿੰਦੇ ਨੇ ਅਖੰਡ ਪਾਠ ਸਾਹਿਬ ਕਰਾਵਾਂਗੇ। ਮੈਂ ਇੱਕ ਪਰਿਵਾਰ 'ਚ ਗਿਆ, ਵਿਆਹ ਰੱਖਿਆ ਸੀ ਬੱਚੇ ਦਾ। ਮੈਂ ਕਿਹਾ ਜੀ ਮੈਨੂੰ ਨਹੀਂ ਸੀ ਪਤਾ ਵੀ 10 ਕੁ ਦਿਨ ਪਹਿਲਾਂ ਆਨੰਦ ਕਾਰਜ ਤੋਂ ਨਾ ਵਿਆਹ ਤੋਂ। ਮੈਂ ਕਿਹਾ ਜੀ ਕਾਹਦੀ ਖੁਸ਼ੀ 'ਚ? ਕਹਿੰਦੇ ਜੀ ਇਸੇ ਬੱਚੇ ਦੇ ਜਨਮ ਤੋਂ ਪਹਿਲਾਂ ਅਰਦਾਸ ਕੀਤੀ ਸੀ ਤੇ ਇਸੇ ਬੱਚੇ ਦੇ ਹੁਣ ਵਿਆਹ ਤੇ ਇਕੱਠੀ ਆਪਾਂ ਅਰਦਾਸ ਕਰ ਦਈਏ। ਬੱਚਾ 20 ਸਾਲਾਂ ਦਾ ਹੋ ਗਿਆ ਤੇ ਗੁਰੂ ਸਾਹਿਬ ਨੂੰ ਯਾਦ ਅੱਜ 20 ਸਾਲਾਂ ਬਾਅਦ ਹੀ ਉਹ ਦੋ ਖੁਸ਼ੀਆਂ ਆਉਂਦੇ ਜੀ ਆ ਗਈਆਂ, ਉਹ ਬੱਚਾ ਵੀ ਆ ਗਿਆ ਤੇ ਵਿਆਹ ਵੀ ਰੱਖ ਲਿਆ। ਦਾਤ ਤੇ ਬੜੀ ਪਿਆਰੀ ਸੀ ਪੁੱਤ ਦੀ, ਦਾਤੇ ਨੂੰ 20 ਸਾਲ ਹੀ ਭੁੱਲੀ ਰੱਖੇ ਵੀ ਅਖੰਡ ਪਾਠ 20 ਸਾਲ ਹੀ ਨਹੀਂ ਕਰਾਇਆ ਜੀ। ਸਾਡੀ ਹਾਲਤ ਇਹ ਹੈ। ਚਾਹੇ ਜੀ ਸਭ ਤੋਂ ਪਹਿਲਾਂ ਉਹ ਅਖੰਡ ਪਾਠ ਸਾਹਿਬ ਹੁੰਦਾ ਵੀ ਜਿਹਨੇ ਦਾਤ ਦਿੱਤੀ ਉਹਨੂੰ ਦਾਤ ਉਹ ਭੁੱਲ ਗਿਆ, ਫਿਰ ਕਹਿੰਦੇ ਕੋਈ ਨਹੀਂ ਜੇ ਟਾਈਮ ਲੱਗਾ ਤੇ ਫਿਰ ਕੋਈ ਵਹਿਮ ਪਾ ਦਿੰਦਾ ਜੀ ਤੁਹਾਡਾ ਅਖੰਡ ਪਾਠ ਸਾਹਿਬ ਰਹਿੰਦਾ, ਫਿਰ ਤੇ ਇੱਕ ਦਿਨ 'ਚ ਹੀ ਰੱਬ ਕਰਾ ਦਿੰਦੇ। ਤੁਹਾਡਾ ਬੁਰਾ ਤਾਂ ਹੋਇਆ, ਗੁਰੂ ਰੱਬ ਕਿਸੇ ਦਾ ਅਖੰਡ ਪਾਠ ਸਾਹਿਬ ਕਰਾਵੋ ਨਾ ਕਰਾਵੋ, ਗੁਰੂ ਤੁਹਾਡਾ ਬੁਰਾ ਨਹੀਂ ਜੇ ਕਰਦਾ। ਆਪਣੇ ਮਨ 'ਚ ਕਦੇ ਵੀ ਗੱਲ ਨਾ ਰੱਖਿਓ ਵੀ ਅਖੰਡ ਪਾਠ ਸੁੱਖਿਆ ਸੀ ਤੇ ਕਰਾਇਆ ਨਹੀਂ ਗਿਆ ਤੇ ਗੁਰੂ ਸਾਹਿਬ ਸਾਡਾ ਕੋਈ ਬੁਰਾ ਕਰ ਰਹੇ ਨੇ। ਗੁਰੂ ਫਿਰ ਵੀ ਨਹੀਂ ਜੇ ਬੁਰਾ ਕਰਦਾ, ਅਖੰਡ ਪਾਠ ਕਰਾਉਣ ਨਾਲ ਵੀ ਸਾਡਾ ਲਾਭ ਹੈ। ਉਹ ਗੁਰੂ ਸਾਹਿਬ ਤੇ ਜਿਹੋ ਜਿਹੇ ਉਹ ਰੱਬ ਰੂਪ ਨੇ ਉਹਨਾਂ ਨੇ ਉਹੋ ਜਿਹੇ ਰਹਿਣਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਫਿਰ ਵੀ ਸਾਡਾ ਹੀ ਭਲਾ ਹੈ, ਅਸੀਂ ਕਰਾਵਾਂਗੇ ਤਾਂ। ਕਈਆਂ ਦੇ ਮਨ 'ਚ ਇਹ ਗੱਲ ਹੁੰਦੀ ਅਖੰਡ ਪਾਠ ਸਾਹਿਬ ਨਹੀਂ ਕਰਾਇਆ ਜੀ ਤਾਂ ਸਾਡਾ ਨੁਕਸਾਨ। ਕਿਸੇ ਨੇ ਹੁਣ ਕਿਹਾ ਜੀ ਤੁਹਾਡਾ ਸੁੱਖਿਆ ਤੇ ਕਿਸੇ ਨਾ ਕਿਸੇ ਸਾਰਿਆਂ ਨੇ ਹੁੰਦਾ ਹੈ। ਮੇਰੇ ਵਰਗੇ ਕਿਸੇ ਸਿਆਣੇ ਨੂੰ ਜਿਹਨੂੰ ਆਪਾਂ ਕਹਿੰਦੇ ਚਲੇ ਜਾਓ, ਉਹਨੇ ਕਹਿ ਹੀ ਦੇਣਾ ਤੁਸੀਂ ਕਿਸੇ ਸਮੇਂ। ਉਹ ਕਹਿੰਦੇ ਜੀ ਚਲੋ ਬਾਪੂ ਨੇ ਨਹੀਂ ਕਿਹਾ ਹੋਏਗਾ, ਕਿਤੇ ਮਾਤਾ ਜਿਹੜੀ ਚਲੀ ਗਈ ਉਹਨੇ ਕਿਤੇ ਸੁੱਖ ਲਿਆ ਹੋਣਾ, ਜਾਂ ਬਾਪੂ ਜਿਹੜਾ ਚਲਾ ਗਿਆ ਕਿਤੇ ਉਹਨੇ ਸੁੱਖਿਆ ਹੋਣਾ, ਤਾਂ ਹੀ ਨੁਕਸਾਨ ਹੁੰਦਾ ਹੈ। ਫਿਰ ਆਪਣੇ ਤਾਂ ਸਾਨੂੰ ਤੇ ਯਾਦ ਨਹੀਂ, ਅਸੀਂ ਤੇ ਨਹੀਂ ਸੀ ਕਿਹਾ ਬਾਪੂ ਨੇ ਭਾਵੇਂ ਕਿਤੇ ਸੁੱਖ ਲਿਆ, ਬੇਬੇ ਚਲੀ ਗਈ ਉਹਨੇ ਭਾਵੇਂ ਕਿਤੇ ਸੁੱਖ ਕਰਾ ਦਿੰਦੇ ਆ ਜੀ ਫਿਰ ਦੇ ਕਮੈਂਟ 'ਚ। ਦਾਤ ਪਿਆਰੀ ਵਿਸਰਿਆ ਦਤਾਰਾ, ਜਾਣੇ ਨਾ ਹੀ ਮਰਨ ਵਿਚਾਰਾ, ਆਪਣੀ ਮੌਤ ਨੂੰ ਨਹੀਂ ਵਿਚਾਰਾ ਜਾਣਦਾ। ਮਹਾਰਾਜ ਕਹਿੰਦੇ ਵਿਖਿਆ ਨਸਿਓ ਕਾਹੇ ਰਚਿਓ, ਬੰਦਿਆ ਵਿਸ਼ੇ ਵਿਕਾਰਾਂ 'ਚ ਕਿਉਂ ਪਿਆ ਹੋਇਆ? ਨਿਮਖ ਨਾ ਹੋਏ ਉਦਾਸ, ਨਿਮਖ ਮਾਤਰ ਵੀ ਤੂੰ ਉਦਾਸ ਨਹੀਂ ਹੁੰਦਾ। ਭਾਵ ਕਿ ਇੱਕ ਅੱਖ ਝਪਕਣ ਦੇ ਸਮੇਂ ਵਾਸਤੇ ਵੀ ਤੂੰ ਉਦਾਸ ਨਹੀਂ, ਕਦੇ ਸੋਚਦਾ ਨਹੀਂ ਮੈਂ ਕਿਸ ਵਾਸਤੇ ਆਇਆ। ਇੰਨਾ ਚਿਰ ਵੀ ਬੰਦਾ ਨਹੀਂ 24 ਘੰਟਿਆਂ 'ਚ ਸੋਚਦਾ। ਅੱਖ ਝਪਕਣ ਦਾ ਸਮਾਂ ਕਿੰਨਾ ਕੁ ਹੈ ਪਤਾ ਹੀ ਨਹੀਂ ਲੱਗਦਾ, ਆਪਾਂ ਅੱਖ ਝਪਕ ਵੀ ਲੈਂਦੇ ਆ। ਮਹਾਰਾਜ ਕਹਿੰਦੇ ਇੰਨਾ ਸਮਾਂ ਵੀ 24 ਘੰਟਿਆਂ 'ਚ ਮਨੁੱਖ ਨਾਮ ਨਹੀਂ ਤੇ ਜਪਦਾ, ਅੱਖ ਝਪਕਣ ਦੇ ਸਮੇਂ ਜਿੰਨਾ ਵੀ ਨਹੀਂ ਤੇ ਜਪਦਾ। ਹੁਣ ਆਪਾਂ ਕਹੀਏ ਵੀ ਮੈਂ ਤੇ 5 ਬਾਣੀਆਂ ਦਾ ਸਵੇਰੇ ਨਿਤਨੇਮ ਕਰ ਗਿਆ, ਮਹਾਰਾਜ ਤੁਸੀਂ ਕਹੇ ਨੂੰ ਅੱਖ ਝਪਕਣ ਦੇ। ਮਹਾਰਾਜ ਕਹਿੰਦੇ 5 ਬਾਣੀਆਂ ਪੜ੍ਹ ਲਈਆਂ ਨੇ ਅੱਖ ਝਪਕਣ ਦੇ ਸਮੇਂ ਜਿੰਨਾ ਮਨ ਤੇ ਇੰਨਾ ਵੀ ਨਹੀਂ ਲੱਗਾ 5 ਬਾਣੀਆਂ ਪੜ੍ਹਦਿਆਂ। ਗੱਲ ਤੇ ਅੰਦਰ ਦੀ ਹੈ। ਕਿਣਕਾ ਏਕ ਜਿਸ ਜੀ ਵਸਾਵੇ ਤਾਂ ਕੀ ਮਹਿਮਾ। ਵੈਸੇ ਤੇ ਕਹਿੰਦਾ ਜੀ ਮੈਂ ਸਮੁੰਦਰ ਘਰੇ ਲਿਆਂਦਾ, ਮਹਾਰਾਜ ਕਹਿੰਦੇ ਅੰਦਰ ਤੇ ਕਿਣਕਾ ਵੀ ਨਹੀਂ ਟਿਕਿਆ ਹੈ। ਅੰਦਰ ਤੇ ਰਤੀ ਪੜਿਆ ਤੂੰ ਬਹੁਤ ਕੁਝ ਅੱਜ ਸਾਰਾ ਦਿਨ, ਪਰ ਮਨ ਤੇ ਅੱਖ ਝਪਕਣ ਦੇ ਸਮੇਂ ਬਾਅਦ ਜਿੰਨਾ ਵੀ ਨਹੀਂ ਜੁੜਿਆ। ਮਹਾਰਾਜ ਕਹਿੰਦੇ ਉਦਾਸ ਹੋ ਕਿਸੇ ਸਮੇਂ, ਸੋਚਿਆ ਕਰ ਮੈਂ ਕਿਉਂ ਆਇਆ ਹਾਂ। ਕਹੋ ਨਾਨਕ ਭਜ ਹਰਿ ਮਨਾ। ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਮਨਾ ਰੱਬ ਦਾ ਭਜਨ ਕਰਿਆ ਕਰ, ਪਰ ਨ ਜਮ ਕੇ ਫਾਸ।
ਫਿਰ ਜਮਾਂ ਦੀ ਫਾਹੀ ਨਹੀਂ ਤੈਨੂੰ ਪਏਗੀ ਜੇ ਨਾਮ ਜਪ ਲੈ ਨਾ ਕਿਤੇ। ਜਮਾਂ ਤੋਂ ਬਾਅਦ ਜਮ ਵਿਕਾਰ ਵੀ ਨੇ, ਜਮ ਅੱਗੇ ਵੀ ਨੇ, ਆਗੇ ਜਮ ਦਾਲ ਬਿਖਮ ਕਣਾ। ਜਿਹੜੇ ਮਹਾਰਾਜ ਨੇ ਕਿਹਾ ਨਾ, ਜੋ ਜਮ ਆਏ ਕੇਸ ਗਏ ਪਟਕੇ, ਕੇਸਾਂ ਤੋਂ ਧੂਕੇ ਜਿਨ੍ਹਾਂ ਨੇ ਲਿਜਾਣਾ ਤੈਨੂੰ। ਮਹਾਰਾਜ ਕਹਿੰਦੇ ਜਮਾਂ ਨਾਲ ਤੇਰਾ ਸਾਹਮਣਾ ਨਹੀਂ ਫਿਰ ਹੋਏਗਾ। ਫਿਰ ਤੇ ਗੁਰਮੁਖ ਜਨਮ ਸਵਾਰ ਦਰਗਹਿ, ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੜ। ਜੇ ਇੱਥੇ ਜਪੇਗਾ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ, ਸੰਸਾਰ ਦੇ ਘਰ ਤੈਨੂੰ ਜਗ੍ਹਾ ਮਿਲੇਗੀ। ਜਮ ਤੇ ਕੱਲ ਦੀ ਦੀਵਾਨਾਂ 'ਚ ਆਪਾਂ ਗੱਲ ਕਰਾਂਗੇ। ਮਰਨ ਤੋਂ ਬਾਅਦ ਜਮਾਂ ਦਾ ਸਾਹਮਣਾ ਨਹੀਂ ਉਸ ਗੁਰਮੁਖ ਨੂੰ ਕਰਨਾ ਪੈਂਦਾ ਜਿਹੜਾ ਗੁਰੂ ਦੀ ਸਿੱਖਿਆ